ਸਲੋਕ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰਿ ਗੁਣ ਗਾਓ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਸਤਿਗੁਰੂ ਕੌਣ ਹੈ, ਕਿਹਦਾ ਨਾਮ ਹੈ ਸਤਿਗੁਰੂ। ਸਤਿਪੁਰਖ ਜਿਨ ਜਾਣਿਆ, ਸਤ ਹਮੇਸ਼ਾ ਕਾਇਮ ਰਹਿਣ ਵਾਲਾ, ਪੁਰਖ ਦਾ ਮਤਲਬ ਹੈ ਜਿਹੜਾ ਸਾਰਿਆਂ ਦੇ ਵਿੱਚ ਵਿਆਪਕ ਹੈ। ਜਿਸ ਬੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਸਮਝ ਲਿਆ ਹੈ, ਉਹਦਾ ਨਾਮ ਹੈ ਸਤਿਗੁਰੂ। ਅਤੇ ਇਸ ਦੀ ਵਿਚਾਰ ਤੋਂ ਪਹਿਲਾਂ ਮੈਂ ਬੇਨਤੀ ਕਰ ਦੇਵਾਂ, ਕਿਉਂਕਿ ਸਿੱਖ ਦੇ ਬਾਰੇ ਅਤੇ ਸਤਿਗੁਰੂ ਦੇ ਬਾਰੇ ਇਹ ਸਾਰੀ ਅਸ਼ਟਪਦੀ ਹੈ। ਕੋਈ ਆਪਣੇ ਨਾਲ ਨਾਮ ਲਿਖਾ ਦੇਵੇ, ਸਤਿਗੁਰੂ ਜਾਂ ਸਾਧ ਜਾਂ ਸੰਤ, ਕਈ ਨਾਮ ਲਿਖੇ ਜਾਂਦੇ ਨੇ ਸਾਡੇ ਦੇਸ਼ ਦੇ ਵਿੱਚ। ਨਾਮ ਲਿਖਾਉਣ ਦੇ ਨਾਲ ਅਤੇ ਉਹ ਹੋ ਜਾਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਮਹਾਰਾਜ ਜੀ ਨੇ ਇੱਥੇ ਨਿਸ਼ਾਨੀਆਂ ਬੋਲੀਆਂ ਨੇ ਕਿ ਸਤਿਗੁਰੂ ਕੀ ਬਖਸ਼ਿਸ਼ਾਂ ਕਰਦਾ ਹੈ ਅਤੇ ਸਿੱਖ ਦੀ ਜ਼ਿੰਦਗੀ ਕਿੱਦਾਂ ਦੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ, ਜਿਸ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਉਹਦਾ ਨਾਮ ਹੈ ਸਤਿਗੁਰੂ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਧਰੈ। ਮਰਦ ਕਹਿੰਦੇ ਉਸ ਗੁਰੂ ਦੀ ਸੰਗਤ ਕਰਕੇ ਸਿੱਖ ਪਾਰ ਹੋ ਜਾਂਦਾ ਹੈ, ਉਧਰ ਜਾਂਦਾ ਹੈ। ਇੱਕ ਤਾਂ ਸਤਿਗੁਰੂ ਤੇ ਇੱਦਾਂ ਦੇ ਹੋ ਗਏ ਨਾ ਵੀ ਜਦੋਂ ਅਸੀਂ ਇੱਦਾਂ ਸਮਝ ਲਈਏ ਵੀ ਉਹਨਾਂ ਦੇ ਨਾਲ ਸੰਬੰਧ ਹੋ ਗਏ ਵੀ ਇਹ ਕੁਝ ਚੀਜ਼ਾਂ ਦੇ ਰਹੇ ਨੇ, ਜਾਂ ਲੋਕੀ ਬਸ ਜੁੜੇ ਹੋਏ ਨੇ, ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਆਇਆ। ਮਹਾਰਾਜ ਕਹਿੰਦੇ ਨਹੀਂ, ਜਦੋਂ ਸਿੱਖ ਗੁਰੂ ਦੀ ਸੰਗਤ ਦੇ ਵਿੱਚ ਆਉਂਦਾ ਹੈ ਅਤੇ ਵਿਕਾਰਾਂ ਤੋਂ ਬਚਦਾ ਹੈ, ਉਹ ਦੁਨੀਆ ਵਾਲੇ ਉਹੋ ਜਿਹੇ ਕੰਮ ਨਹੀਂ ਕਰਦਾ ਜਿਹੋ ਜਿਹੇ ਬਾਕੀ ਕਰੀ ਜਾਂਦੇ ਨੇ। ਤਿਸ ਕੈ ਸੰਗ ਸਿੱਖ ਉਧਰ ਹੈ, ਸਿੱਖ ਵਿਕਾਰਾਂ ਤੋਂ ਬਚ ਜਾਂਦਾ ਹੈ। ਨਾਨਕ ਹਰਿ ਗੁਣ ਗਾਓ। ਇਸ ਕਰਕੇ ਮਹਾਰਾਜ ਕਹਿੰਦੇ, ਐ ਨਾਨਕ, ਐ ਭਾਈ, ਤੂੰ ਵੀ ਗੁਰੂ ਦੀ ਸੰਗਤ ਦੇ ਵਿੱਚ ਰਹਿ ਕੇ ਤੇ ਹਰੀ ਦੀਆਂ ਗੁਣਾਂ ਨੂੰ ਗਾ। ਫਿਰ ਦੁਹਰਾ ਦੇਵਾਂ, ਜਿਸ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਉਹਦਾ ਨਾਮ ਹੈ ਸਤਿਗੁਰੂ। ਉਹਦੀ ਸੰਗਤ ਦੇ ਵਿੱਚ ਬੈਠ ਕੇ ਤੇ ਬੰਦੇ ਦੀ ਜ਼ਿੰਦਗੀ ਬਦਲਦੀ ਹੈ। ਇੱਕ ਬਚਨ ਆਪਾਂ ਆਸਾ ਦੀ ਵਾਰ ਦਾ ਕਹਿ ਕੇ ਤੇ ਫਿਰ ਅੱਗੇ ਅਸ਼ਟਪਦੀ ਸ਼ੁਰੂ ਕਰਾਂਗੇ। ਗੁਰੂ ਦਾ ਸੁਭਾਅ, ਗੁਰੂ ਦੀ ਬਖਸ਼ਿਸ਼ ਇਹ ਹੈ ਵੀ ਉਹਨੇ ਸਾਡੇ ਸੁਭਾਅ ਬਦਲਨੇ ਨੇ। ਦੇਖੋ, ਦਾਤਾਂ ਰੱਬ ਦੀਆਂ ਨੇ, ਪਰ ਦਾਤਾਂ ਉਹਨਾਂ ਨੂੰ ਵੀ ਮਿਲ ਜਾਂਦੀਆਂ ਨੇ ਜਿਨ੍ਹਾਂ ਨੇ ਕੁਝ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ। ਦਾਤਾਂ ਸਾਰਿਆਂ ਨੂੰ ਮਿਲ ਜਾਂਦੀਆਂ ਨੇ, ਪਰ ਸੁਭਾਅ ਦੀ ਤਬਦੀਲੀ ਕੇਵਲ ਉਹਨਾਂ ਬੰਦਿਆਂ ਦੀ ਬਖਸ਼ਿਸ਼ ਹੁੰਦੀ ਹੈ ਜਿਨ੍ਹਾਂ ਦੇ ਕੋਲ ਗੁਰੂ ਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਦਾ ਕੰਮ ਇਹ ਹੈ ਵੀ ਸਾਨੂੰ ਆਮ ਮਨੁੱਖਾਂ ਤੋਂ ਦੇਵਤਿਆਂ ਵਾਲੇ ਸੁਭਾਅ ਦੇ ਬਣਾ ਦੇਣਾ, ਇਹ ਗੁਰੂ ਦਾ ਕੰਮ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਭਾਈ ਤਿਸ ਕੈ ਸੰਗ ਸਿੱਖ ਉਧਰ ਹੈ। ਉਹਦੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਸਿੱਖ ਪਾਰ ਹੋ ਜਾਂਦਾ ਹੈ। ਅਤੇ ਇਹ ਭਾਈ, ਤੂੰ ਵੀ ਉਸ ਗੁਰੂ ਦੀ ਸੰਗਤ ਦੇ ਵਿੱਚ ਜਾ ਕੇ ਤੇ ਹਰੀ ਦੀਆਂ ਗੁਣਾਂ ਨੂੰ ਗਾ। ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਸਤਿਗੁਰੂ ਆਪਣੇ ਸਿੱਖ ਦੀ ਪਾਲਣਾ ਕਰਦਾ ਹੈ, ਕਿਸੇ ਵੀ ਰੂਪ ਦੇ ਵਿੱਚ ਵੇਖ ਲਓ। ਜਦੋਂ ਉਹਨੇ ਜੀਵਨ ਦੀ ਸਿੱਖਿਆ ਦੇ ਦਿੱਤੀ ਹੈ ਨਾ, ਅਤੇ ਇਹਦਾ ਮਤਲਬ ਹੈ ਉਹਦੀ ਪਾਲਣਾ ਆਪਣੇ ਆਪ ਹੀ ਹੋ ਰਹੀ ਹੈ। ਕਿਸੇ ਵੇਲੇ ਸਾਨੂੰ ਇੰਝ ਲੱਗਦਾ ਹੈ ਨਾ, ਜਿਹਨੂੰ ਗੁਰਬਾਣੀ ਦੇ ਵਿੱਚ ਬੋਲਿਆ ਗਿਆ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਜਿਹੜੀ ਸਿੱਖਿਆ ਸਾਨੂੰ ਮਹਾਰਾਜ ਨੇ ਦੇ ਦਿੱਤੀ ਹੈ ਨਾ, ਜਿਹੜੀ ਅਸੀਂ ਜ਼ਿੰਦਗੀ 'ਚ ਧਾਰਨ ਕਰ ਲਈ ਹੈ, ਫਿਰ ਅਸੀਂ ਜਿੱਥੇ ਵੀ ਜਾਵਾਂਗੇ ਉਹ ਸਿੱਖਿਆ ਸਾਡੇ ਨਾਲ ਹੈ। ਅਤੇ ਜਦੋਂ ਅਸੀਂ ਉਸ ਸਿੱਖਿਆ ਦੇ ਉੱਤੇ ਅਮਲ ਕਰ ਲਿਆ, ਉਸ ਸਿੱਖਿਆ ਨੂੰ ਕਮਾ ਲਿਆ, ਅਤੇ ਸਮਝ ਲਓ ਵੀ ਸਾਡੀ ਪਾਲਣਾ ਮਹਾਰਾਜ ਨੇ ਆਪ ਕਰ ਦਿੱਤੀ ਹੈ। ਹਜ਼ੂਰ ਦੇ ਬਚਨ ਨੇ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਹਰ ਥਾਂ ਦੇ ਉੱਤੇ ਪਾਲਣਾ ਕਰਦਾ ਹੈ। ਸੇਵਕ ਕਉ ਗੁਰ ਸਦਾ ਦਇਆਲ। ਸੇਵਕ ਨੂੰ ਤੇ ਗੁਰੂ ਹਰ ਵੇਲੇ ਦਿਆਲੂ ਹੈ, ਹਰ ਵੇਲੇ ਉਹਦੇ ਉੱਤੇ ਦਇਆ ਕਰਦਾ ਹੈ। ਇਹ ਵੈਸੇ ਗੁਰੂ ਦਾ ਸੁਭਾਅ ਇੱਦਾਂ ਦਾ ਬੋਲਿਆ ਗਿਆ ਹੈ ਭਾਈ ਗੁਰਦਾਸ ਸਾਹਿਬ ਵੱਲੋਂ। ਉਹ ਕਹਿੰਦੇ ਨੇ ਵੀ ਗੁਰੂ ਵੀ ਕਦੀ ਔਗਣ ਨਹੀਂ ਵੇਖਦਾ, ਤੈਸੇ ਪੇਖ ਔਗਣ ਕਹੈ ਨਾ ਸਤਿਗੁਰ ਕਾਹੂ। ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਉਹਦਾ ਦਿਲ ਬੜਾ ਵੱਡਾ ਹੈ। ਮੈਂ ਬੇਨਤੀ ਕਰਦਾ ਹੁੰਦਾ ਹਾਂ, ਕਹਿੰਦੇ ਨੇ, ਜਿਸ ਤਰੀਕੇ ਦੇ ਨਾਲ ਜੈਸੇ ਕਰ ਗਹਿਤ ਸਰਪ ਸੁਤ ਪੇਖ ਮਾਤਾ ਕਹੈ ਨਾ ਪੁਕਾਰ ਫੁਸਲਾਏ ਉਰ ਮੰਡ ਹੈ। ਬੱਚਾ ਹੱਥ ਦੇ ਵਿੱਚ ਕਿਤੇ ਸੱਪ ਫੜ ਲਵੇ ਅਤੇ ਮਾਂ ਬੱਚੇ ਨੂੰ ਥੋੜ੍ਹਾ ਕੁੱਟਣ ਲੱਗ ਪੈਂਦੀ ਹੈ।
ਉਹ ਪਹਿਲਾਂ ਕੀ ਕਰਦੀ ਹੈ ਵੀ ਇਹਦੇ ਹੱਥੋਂ ਸੱਪ ਜਿਹੜਾ ਛਡਾਉਣਾ ਹੈ ਅਤੇ ਇਹਦੀ ਮੈਂ ਜਾਨ ਬਚਾਉਣੀ, ਉਹਨੂੰ ਫੜ ਕੇ ਉਸੇ ਵੇਲੇ ਗਲ ਦੇ ਨਾਲ ਲਾ ਲੈਂਦੀ ਵੀ ਸ਼ੁਕਰ ਹੈ ਤੇਰਾ ਬਚਾਅ ਹੋ ਗਿਆ। ਗੁਰੂ ਦਾ ਸੁਭਾਅ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਦਾਂ ਦਾ ਹੈ। ਬਸ ਜੇ ਸਿੱਖ ਗਲਤੀ ਕਰਦਾ ਹੈ ਤੇ ਇਹ ਨਹੀਂ ਵੀ ਧੱਕੇ ਮਾਰ ਕੇ ਬਾਹਰ ਸੁੱਟ ਦਿੱਤਾ, ਨਹੀਂ, ਉਹ ਅੰਤਲੇ ਸਮੇਂ ਤੱਕ ਇਸ ਗੱਲ ਦੇ ਵਿੱਚ ਹੈ ਵੀ ਇਹਦਾ ਮਨ ਕਰਦਾ ਹੈ ਇੱਧਰ ਨੂੰ ਆਉਣ ਦੇ ਲਈ, ਉਹਦੀ ਅੰਤਲੇ ਸਮੇਂ ਤੱਕ ਇੱਛਾ ਇਹ ਹੀ ਹੈ ਵੀ ਇਹ ਆਪ ਸੰਭਲ ਕੇ ਤੇ ਆਉਣਾ ਚਾਹਵੇ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆਲ, ਸਦਾ ਹੀ ਦਿਆਲੂ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰੂ ਸਿੱਖ ਦੀ ਮਾੜੀ ਮੱਤ ਜਿਹੜੀ ਹੈ, ਦੁਰਮਤ ਦਾ ਮਤਲਬ ਹੈ ਮਾੜੀ ਮੱਤ, ਉਹਦੀ ਮੈਲ ਹਰ ਲੈਂਦਾ ਹੈ, ਖਤਮ ਕਰ ਲੈਂਦਾ ਹੈ। ਇੱਕ ਤਾਂ ਹੁੰਦਾ ਹੈ ਇਹ ਸੁਭਾਅ ਕਿ ਜਿਹਦੇ ਵਿੱਚ ਅਸੀਂ ਇੱਦਾਂ ਕਹਿ ਲਈਏ ਕਿ ਮੈਨੂੰ ਕਿਸੇ ਨੇ ਰੋਕਿਆ ਵੀ ਭਾਈ ਆਹ ਕੰਮ ਤੂੰ ਨਹੀਂ ਕਰਨਾ, ਅਤੇ ਜਦੋਂ ਉਹ ਮੇਰੇ ਸਾਹਮਣੇ ਹੋਵੇਗਾ, ਜਿੱਦਾਂ ਸਕੂਲ ਦੇ ਟੀਚਰ ਹੋ ਗਏ ਜਾਂ ਹੋਰ ਜਿੰਨੇ ਵੀ ਆਗੂ ਹੋ ਗਏ, ਕੋਈ ਵੀ ਹੋ ਗਏ, ਮਾਤਾ ਪਿਤਾ ਵੀ ਹੋ ਗਏ, ਉਹ ਮੇਰੇ ਸਾਹਮਣੇ ਨੇ, ਅਤੇ ਫਿਰ ਮੈਂ ਉਹ ਕੰਮ ਨਹੀਂ ਕਰਾਂਗਾ। ਕਿਉਂ? ਕਿਉਂਕਿ ਮੈਨੂੰ ਇਹਨਾਂ ਨੇ ਰੋਕਿਆ ਹੈ। ਜੇ ਮੈਂ ਇਹਨਾਂ ਦੇ ਸਾਹਮਣੇ ਕਰਦਾ ਹਾਂ ਤਾਂ ਫਿਰ ਮੈਨੂੰ ਗੁੱਸੇ ਹੋਣਗੇ, ਉਹਨਾਂ ਨੂੰ ਵੀ ਬੁਰਾ ਲੱਗੇਗਾ। ਇਹ ਕੀ ਹੁੰਦਾ ਹੈ ਕਿ ਅਜੇ ਮੈਂ ਸੁਭਾਅ ਤੋਂ ਨਹੀਂ ਛੱਡਿਆ ਇਹਨਾਂ ਚੀਜ਼ਾਂ ਨੂੰ, ਮੈਂ ਇਹਨਾਂ ਦੇ ਸਾਹਮਣੇ ਰੋਕਦਾ ਹਾਂ, ਆਪਣੇ ਆਪ ਨੂੰ ਰੋਕਣਾ ਚਾਹੀਦਾ ਵੀ ਹੈ। ਫਿਰ ਇੱਕ ਗੱਲ ਇੱਦਾਂ ਦੀ ਆ ਜਾਂਦੀ ਹੈ, ਹੋਵੇ ਮੇਰੇ ਸਾਹਮਣੇ ਕੋਈ ਜਾਂ ਨਾ ਹੋਵੇ, ਮੈਂ ਉਹ ਕੰਮ ਨਹੀਂ ਕਰਾਂਗਾ। ਉਹਨੂੰ ਕੀ ਕਿਹਾ ਜਾਂਦਾ ਹੈ? ਸੁਭਾਅ ਦੇ ਵਿੱਚ ਆ ਜਾਂਦਾ। ਜਿਹੜੀ ਚੀਜ਼ ਸੁਭਾਅ ਦੇ ਵਿੱਚ ਆ ਜਾਂਦੀ ਹੈ ਨਾ, ਉਹਦੇ ਲਈ ਫਿਰ ਸਾਨੂੰ ਇਹ ਧਿਆਨ ਨਹੀਂ ਰੱਖਣਾ ਪੈਂਦਾ ਵੀ ਮੈਨੂੰ 4 ਬੰਦੇ ਵੇਖਦੇ ਪਏ ਨੇ ਅਤੇ 4 ਬੰਦੇ ਨਹੀਂ ਵੇਖਦੇ ਪਏ। ਜੋ ਸੁਭਾਅ ਦੇ ਵਿੱਚ ਹੈ ਉਹ ਆਪਣੇ ਆਪ ਹੀ ਹੋਈ ਜਾਵੇਗਾ। ਗੁਰੂ ਦਾ ਸੁਭਾਅ ਇੱਦਾਂ ਦਾ ਹੈ, ਗੁਰੂ ਨੇ ਅਸਲ ਦੇ ਵਿੱਚ ਸਾਡਾ ਸੁਭਾਅ ਹੀ ਬਦਲਣਾ ਹੈ। ਜਦੋਂ ਅੰਦਰੋਂ ਮੈਲ ਦੂਰ ਹੀ ਹੋ ਗਈ ਅਤੇ ਫਿਰ ਆਪਣੇ ਆਪ ਹੀ ਬੰਦਾ ਹੋਰ ਮੈਲ ਇਕੱਠੀ ਨਹੀਂ ਕਰਦਾ। ਗੱਲ ਤਾਂ ਇੱਥੇ ਹੈ ਨਾ ਵੀ ਕਿਸੇ ਨੂੰ ਰੋਕ ਦੇਣਾ ਅਤੇ ਕਿਸੇ ਦਾ ਸੁਭਾਅ ਹੀ ਬਦਲ ਦੇਣਾ ਵੀ ਉੱਧਰਲੇ ਪਾਸੇ ਜਾਵੇ ਹੀ ਨਾ। ਹਜ਼ੂਰ ਕਹਿੰਦੇ ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਉਹਦੀ ਮਾੜੀ ਮੱਤ ਅਤੇ ਉਹਦੀ ਵਿਕਾਰਾਂ ਦੀ ਮੈਲ ਹਰ ਲੈਂਦਾ ਹੈ, ਖਤਮ ਕਰ ਲੈਂਦਾ ਹੈ। ਗੁਰ ਬਚਨੀ ਹਰ ਨਾਮ ਉਚਰੈ, ਗੁਰੂ ਦੇ ਬਚਨਾਂ ਦੇ ਨਾਲ, ਗੁਰੂ ਦੀ ਬਾਣੀ ਨੂੰ ਬੋਲ ਬੋਲ ਕੇ ਅਤੇ ਹਰੀ ਦੇ ਨਾਮ ਦਾ ਉਚਾਰਨ ਕਰਦਾ ਹੈ ਸਿੱਖ। ਮੈਂ ਇਹ ਵੀ ਬੇਨਤੀ ਕਰ ਦੇਵਾਂ, ਸਾਡੀਆਂ ਅਰਦਾਸਾਂ ਪਰਸਨਲ ਨੇ, ਹਰ ਇੱਕ ਦੀ ਆਪਣੀ ਹੈ, ਕੋਈ ਕੀ ਮੰਗਦਾ ਹੈ, ਕੋਈ ਕੀ ਮੰਗਦਾ ਹੈ। ਇਹ ਸਾਰਿਆਂ ਦੀ ਜਿਹੜੀ ਸਾਡੀ ਪੰਥਕ ਅਰਦਾਸ ਹੈ ਉਹ ਤਾਂ ਸਾਡੀ ਸਾਰਿਆਂ ਦੀ ਸਾਂਝੀ ਹੈ, ਪਰ ਸਾਡੀਆਂ ਮੰਗਾਂ ਆਪਣੀਆਂ ਆਪਣੀਆਂ ਨੇ। ਪਰ ਫਿਰ ਵੀ ਉਹਨਾਂ ਮੰਗਾਂ ਦੇ ਵਿੱਚੋਂ ਮਹਾਰਾਜ ਨੇ ਇੱਕ ਸਾਨੂੰ ਆਹ ਗੱਲ ਸਿਖਾ ਦਿੱਤੀ ਹੈ ਵੀ ਅਸੀਂ ਜੇ ਕਰਮ ਬਦਲਣ ਦੀ ਗੱਲ ਸੋਚਦੇ ਹਾਂ ਨਾ, ਤਾਂ ਕਿਸੇ ਵੇਲੇ ਉਹ ਵੀ ਸਾਡੇ ਵੱਸ ਦੀ ਗੱਲ ਨਹੀਂ ਬਣਦੀ। ਅਸਲ ਦੇ ਵਿੱਚ ਗੱਲ ਇਹ ਹੁੰਦੀ ਹੈ ਵੀ ਗੁਰੂ ਦੇ ਕੋਲੋਂ ਇਹ ਮੰਗੀਏ ਵੀ ਸੱਚੇ ਪਾਤਸ਼ਾਹ ਸਾਡਾ ਸੁਭਾਅ ਹੀ ਬਦਲ ਜਾਵੇ। ਜਿਹਨੂੰ ਬਾਬਾ ਕਬੀਰ ਕਹਿੰਦੇ, ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਜਦੋਂ ਤੱਕ ਸੁਭਾਅ ਨਹੀਂ ਨਾ ਬਦਲਦਾ, 2-4 ਦਿਨ ਰੋਕਾਂਗੇ, ਚੌਥੇ ਪੰਜਵੇਂ ਦਿਨ ਫਿਰ ਉੱਥੇ ਜਾ ਕੇ ਡਿੱਗ ਪਵਾਂਗੇ। ਬਾਬਾ ਕਬੀਰ ਕਹਿੰਦੇ ਉਹਨੇ ਮੇਰੀ ਬੁੱਧੀ ਹਰ ਲਈ ਹੈ, ਮੈਂ ਆਪਣੀ ਅਕਲ ਛੱਡ ਦਿੱਤੀ ਹੈ ਅਤੇ ਬੁੱਧੀ ਦੀ ਥਾਂ 'ਤੇ ਸਿੱਧੀ ਪਾ ਦਿੱਤੀ ਹੈ ਉਹਨੇ। ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰ ਬਚਨੀ, ਗੁਰੂ ਦੇ ਬਚਨਾਂ ਨੂੰ ਬੋਲ ਬੋਲ ਕੇ ਹਰ ਨਾਮ ਉਚਰੈ, ਹਰੀ ਦੇ ਨਾਮ ਨੂੰ ਉਚਾਰਦਾ ਹੈ ਸਿੱਖ। ਸੇਵਾ ਤਾਂ ਕਰਦਾ ਹੈ। ਇੱਥੋਂ ਦੋਵੇਂ ਪਾਸੇ ਕਲੀਅਰ ਹੋ ਗਏ ਵੀ ਜਿੱਥੇ ਅਸੀਂ ਗੁਰਦੁਆਰਿਆਂ ਦੇ ਵਿੱਚ ਸਰੀਰ ਦੀ ਸੇਵਾ ਕਰਦੇ ਹਾਂ, ਨਮਸਕਾਰ ਹੈ ਮਹਾਰਾਜ ਸਾਰਿਆਂ ਦੇ ਚਰਨਾਂ ਦੇ ਉੱਤੇ ਨਮਸਕਾਰ, ਜਿਹੜੇ ਕਿਸੇ ਵੀ ਤਰੀਕੇ ਦੀ ਸਰੀਰ ਦੀ ਸੇਵਾ ਕਰਦੇ ਨੇ। ਪਰ ਨਾਲ ਕੀ ਹੈ? ਬਾਣੀ ਵਾਲਾ ਪਾਸਾ ਵੀ, ਬਾਣੀ ਵਾਲਾ ਪਾਸਾ ਵੀ ਜ਼ਰੂਰੀ ਹੋਵੇ। ਸੇਵਾ ਅਤੇ ਸਿਮਰਨ 2 ਥੰਮ ਨੇ। ਅਸੀਂ ਠੀਕ ਹੈ, ਕਈ ਬਹੁਤੇ ਗਿਆਨੀ ਬਣ ਜਾਂਦੇ ਨੇ ਅਤੇ ਸੇਵਾ ਹੀ ਨਹੀਂ ਕਰਦੇ, ਕਈ ਫਿਰ ਇਕੱਲੀ ਸੇਵਾ ਵਾਲਾ ਪਾਸਾ ਹੀ ਉੱਤੇ ਲੈ ਜਾਂਦੇ ਨੇ ਅਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਸਾਹਿਬ ਦੇ ਵਿੱਚ ਬੈਠਣਾ ਉਹ ਸਮਝਦੇ ਨੇ ਵੀ ਇਹ ਜ਼ਰੂਰੀ ਜੀ ਗੱਲ ਹੈ, ਕੋਈ ਗੱਲ ਹੀ ਨਹੀਂ। ਉਹ ਸੋਚਦੇ ਨੇ ਵੀ ਨਹੀਂ ਅਸੀਂ ਉੱਥੇ ਹੀ ਪਾਰ ਹਾਂ। ਹਰ ਇੱਕ ਨੂੰ ਆਪਣੀ ਆਪਣੀ ਇੱਕ ਈਗੋ ਜੀ ਬਣ ਜਾਂਦੀ ਹੈ। ਤੁਸੀਂ ਕਿਤੇ ਵੇਖ ਲਿਓ, ਮੈਨੂੰ ਦੋਵੇਂ ਚੰਗੇ ਨੇ, ਜਿਹੜੇ ਬਾਣੀ ਪੜ੍ਹਦੇ ਨੇ, ਜਿਹੜੇ ਸੇਵਾ ਕਰਦੇ ਨੇ, ਮੇਰੇ ਤੋਂ ਦੋਵੇਂ ਚੰਗੇ ਨੇ। ਪਰ ਅਕਸਰ ਵੇਖ ਲਿਓ, ਜਿਹੜਾ ਗਿਆਨੀ ਆ ਉਹਦਾ ਸੇਵਾ ਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ, ਅਤੇ ਜਿਹੜਾ ਸੇਵਾ ਕਰਦਾ ਉਹਦਾ ਦਰਬਾਰ ਸਾਹਿਬ ਬੈਠਣ ਨੂੰ ਜੀ ਨਹੀਂ ਕਰਦਾ, ਕਿਉਂਕਿ ਉਹਨੂੰ ਲੱਗਦਾ ਵੀ ਮੈਂ ਜੋ ਕਰਦਾ ਪਿਆ ਹਾਂ ਬਸ ਮੈਂ ਤਾਂ ਪਾ ਰਹੀ ਹਾਂ। ਸਤਿਗੁਰੂ ਕਹਿੰਦੇ ਨੇ ਨਾਮ ਨੂੰ ਉਚਾਰਨਾ, ਬਾਣੀ ਨੂੰ ਪੜ੍ਹਨਾ, ਇਹ ਪਹਿਲੇ ਨੰਬਰ ਦੇ ਉੱਤੇ ਸਾਡੀ ਗੱਲ ਹੈ। ਬਾਣੀ ਨਹੀਂ ਹੋਵੇਗੀ ਤਾਂ ਸਾਨੂੰ ਸਮਝ ਕੀ ਹੋਵੇਗੀ ਗੁਰੂ ਦੀ ਗੱਲ ਦੀ? ਦਾਤਾਰ ਬਖਸ਼ ਲੈਣ। ਹਜ਼ੂਰ ਕਹਿੰਦੇ ਨੇ ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰੂ ਸਿੱਖ ਦੇ ਵਿਕਾਰਾਂ ਦੇ ਬੰਧਨ ਕੱਟ ਦਿੰਦਾ ਹੈ। ਇਹ ਤਾਂ ਗੁਰੂ ਦੀਆਂ ਬਖਸ਼ਿਸ਼ਾਂ ਚੱਲਦੀਆਂ ਪਈਆਂ ਨੇ ਅਜੇ ਵੀ ਗੁਰੂ ਕੀ ਕਰਦਾ ਹੈ। ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਗੁਰੂ ਦਾ ਸਿੱਖ ਆਪਣੇ ਆਪ ਹੀ ਵਿਕਾਰਾਂ ਤੋਂ ਹਟ ਜਾਂਦਾ ਹੈ। ਕਈਆਂ ਨੇ ਇਹਦੇ ਅਰਥ ਨਾ ਕੰਡੀਸ਼ਨ ਵਾਲੇ ਪਾਸੇ ਤੋਂ ਕੀਤੇ ਨੇ ਵੀ ਕੰਡੀਸ਼ਨ ਲਾ ਦਿੱਤੀ ਵੀ ਸਿੱਖ ਵਿਕਾਰਾਂ ਤੋਂ ਹਟ ਜਾਵੇ।
ਜੇ ਸਿੱਖ ਨੇ ਆਪ ਹੀ ਹਟਣਾ ਤਾਂ ਫਿਰ ਗੁਰੂ ਦੀ ਬਖਸ਼ਿਸ਼ ਕੀ ਰਹਿ ਗਈ? ਨਹੀਂ, ਮਹਾਰਾਜ ਕਹਿੰਦੇ ਗੁਰੂ ਬਖਸ਼ਿਸ਼ਾਂ ਕਰਦਾ ਹੈ, ਸਿੱਖ ਦਾ ਜੀ ਨਹੀਂ ਕਰਦਾ ਉਸ ਪਾਸੇ ਜਾਣ ਨੂੰ। ਗੱਲ ਤੇ ਦਿਲ ਦੇ ਉੱਤੇ ਹੀ ਆ ਕੇ ਮੁੱਕ ਗਈ ਨਾ, ਵੀ ਕਈਆਂ ਦਾ ਨਸ਼ਾ ਕਰਨ ਨੂੰ ਜੀ ਕਰਦਾ ਪਿਆ, ਕਈਆਂ ਦਾ ਉਧਰ ਨੂੰ ਮੂੰਹ ਕਰਨ ਨੂੰ ਜੀ ਵੀ ਨਹੀਂ ਕਰਦਾ ਪਿਆ। ਸਤਿਗੁਰੂ ਕਹਿੰਦੇ ਹਟ ਗਿਆ। ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕਉ ਨਾਮ ਧਨ ਦੇ। ਗੁਰੂ ਆਪਣੇ ਸਿੱਖ ਨੂੰ ਨਾਮ ਧਨ ਦਿੰਦਾ ਹੈ। ਅਸਲ ਦੇ ਵਿੱਚ ਅੱਜ ਕੱਲ੍ਹ ਗੁਰੂਆਂ ਦੇ ਕੋਲ ਇਹ ਚੀਜ਼ਾਂ ਤੇ ਬਹੁਤ ਨੇ ਵੀ ਤੇਰਾ ਕਬਜ਼ਾ ਉੱਥੇ ਦਵਾ ਦਿੰਦੇ ਆ ਅਤੇ ਤੈਨੂੰ ਨੌਕਰੀਆਂ ਉੱਥੇ ਦਵਾ ਦਿੰਦੇ ਆ, ਨਾਮ ਤਾਂ ਹੈ ਹੀ ਨਹੀਂ। ਅਤੇ ਬਹੁਤ ਵਿਰਲੇ ਬੰਦੇ ਨੇ ਜਿਹੜੇ ਇਸ ਪਾਸੇ ਤੋਂ ਬੇਨਤੀ ਕਰ ਦੇਵਾਂਗਾ ਵੀ ਰੱਬ ਦੇ ਨਾਲ ਜੁੜੇ ਹੋਏ ਨੇ, ਅਤੇ ਬਹੁਤਿਆਂ ਦੇ ਖਿਲਾਰੇ ਬਹੁਤ ਖਿਲਾਰੇ ਹੋਏ ਨੇ, ਰੱਬ ਦੀ ਕੋਈ ਗੱਲ ਪੱਲੇ ਹੈ ਨਹੀਂ ਹੈ। ਹਜ਼ੂਰ ਇਸ ਕਰਕੇ ਕਹਿੰਦੇ ਨੇ ਸਤਿਗੁਰੂ ਆਪਣੇ ਸਿੱਖ ਨੂੰ ਨਾਮ ਧਨ ਦਿੰਦਾ ਹੈ। ਇਹ ਉਹਦੀ ਪਹਿਲੀ ਕੰਡੀਸ਼ਨ ਹੈ। ਇੱਦਾਂ ਕਹਿ ਲਈਏ ਵੀ ਨਾਮ ਜਿਹਦੇ ਕੋਲ ਹੈ ਉਹੀ ਸਤਿਗੁਰੂ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਵੱਡਿਆਂ ਭਾਗਾਂ ਵਾਲਾ ਹੈ ਇਹੋ ਜਿਹੇ ਗੁਰੂ ਦਾ ਸਿੱਖ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਮਹਾਰਾਜ ਕਹਿੰਦੇ ਸਤਿਗੁਰੂ ਆਪਣੇ ਸਿੱਖ ਦਾ ਲੋਕ ਅਤੇ ਪ੍ਰਲੋਕ ਸਵਾਰ ਦਿੰਦਾ ਹੈ। ਇੱਕ ਆਪਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਗੱਲ ਪੜ੍ਹਦੇ ਹੁੰਦੇ ਹਾਂ ਵੀ ਮਹਾਰਾਜ ਜੀ ਦੇ ਨਾਲ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ, ਉਹ ਹਿੰਦੁਸਤਾਨ ਦੇ ਕੁਝ ਇਲਾਕੇ ਦੇ ਚੱਕਰ ਦੇ ਵਿੱਚ ਹੈ, ਰੂਟ ਦੇ ਉੱਤੇ ਜਾ ਰਹੇ ਨੇ, ਅਤੇ ਮਹਾਰਾਜ ਜੀ ਦਾ ਜਿਹੜਾ ਕੈਂਪ ਸੀ ਉਹ ਜਹਾਂਗੀਰ ਦੇ ਕੈਂਪ ਦੇ ਨੇੜੇ ਲੱਗਦਾ ਹੁੰਦਾ ਸੀ, ਥੋੜ੍ਹਾ ਕੁਝ ਹਟਵਾਂ ਪਰ ਬਹੁਤਾ ਦੂਰ ਨਹੀਂ। ਅਤੇ ਉੱਥੇ ਜਦੋਂ ਸੰਗਤ ਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਏ, ਅਤੇ ਇੱਕ ਜਿਹੜਾ ਸਿੱਖ ਸੀ ਉਹਨੇ ਕੀ ਕੀਤਾ ਵੀ ਉਹਨੇ ਘਾਹ ਖੋਦਿਆ ਅਤੇ ਉਹ ਗੁਰੂ ਸਾਹਿਬ ਦੇ ਘੋੜੇ ਦੇ ਲਈ ਲੈ ਕੇ ਅਰਪਣ ਹੀ ਕਰਨਾ ਸੀ ਨਾ, ਵੀ ਕੁਝ ਅਰਪਣ ਕਰਾਂ ਖਾਲੀ ਹੱਥ ਕੀ ਜਾਣਾ। ਉਹ ਕਹਿੰਦੇ ਨੇ ਵੀ ਉਹਨੇ ਜਿਹੜੀ ਪੰਡ ਚੁੱਕੀ ਅਤੇ ਇੱਕ ਟਕਾ ਲੈ ਕੇ ਅਤੇ ਆਇਆ, ਅਤੇ ਆਪਣੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਵਿੱਚ ਸੀ, ਪਰ ਭੁਲੇਖੇ ਦੇ ਨਾਲ ਜਹਾਂਗੀਰ ਦੇ ਦਰਬਾਰ 'ਚ ਚਲਾ ਗਿਆ। ਹੁਣ ਕੀ ਹੈ, ਉੱਥੇ ਜਾ ਕੇ ਉਹਨੇ ਜਿਹੜੀ ਅਰਦਾਸ ਕਰਨੀ ਸੀ ਵੀ ਮਹਾਰਾਜ ਲੋਕ ਪਰਲੋਕ ਸਵਾਰ ਦਿਓ, ਅਤੇ ਜਹਾਂਗੀਰ ਨੂੰ ਪਤਾ ਲੱਗ ਗਿਆ ਵੀ ਇਹ ਗਲਤ ਥਾਂ ਦੇ ਉੱਤੇ ਆ ਗਿਆ। ਅਤੇ ਜਹਾਂਗੀਰ ਨੇ ਦੱਸਿਆ ਵੀ ਤੂੰ ਗਲਤ ਥਾਂ ਦੇ ਉੱਤੇ ਆ ਗਿਆ, ਉਹ ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਦੂਜੇ ਪਾਸੇ ਲੱਗਾ। ਤਾਂ ਹੁਣ ਉਹਨੇ ਪੰਡ ਵੀ ਚੁੱਕ ਲਈ, ਤੂੰ ਉਹਨੇ ਟਕਾ ਵੀ ਚੁੱਕ ਲਿਆ। ਤੂੰ ਕਹਿੰਦੇ ਨੇ ਵੀ ਉਹਨੇ ਪੁੱਛਿਆ ਵੀ ਤੈਨੂੰ ਪਤਾ ਤੂੰ ਬਾਦਸ਼ਾਹ ਦੇ ਅੱਗੇ ਚੀਜ਼ ਰੱਖੀ ਹੈ, ਅਤੇ ਇਹਦੇ ਅੱਗੇ ਰੱਖੀ ਚੀਜ਼ ਚੁੱਕਣ ਦਾ ਇਹਦਾ ਮਤਲਬ ਕੀ ਬਣਦਾ ਹੈ? ਤੈਨੂੰ ਸਜ਼ਾ ਮਿਲ ਸਕਦੀ ਹੈ। ਉਹ ਕਹਿੰਦਾ ਇਹਦੇ ਨਾਲ ਮਤਲਬ ਹੀ ਨਹੀਂ, ਜਿਹੜੀ ਚੀਜ਼ ਜਿਹਦੇ ਲਈ ਆਈ ਹੈ ਇਹ ਉਹਦੇ ਅੱਗੇ ਹੀ ਜਾਵੇਗੀ, ਕਿਸੇ ਹੋਰ ਦੇ ਅੱਗੇ ਨਹੀਂ ਜਾਵੇਗੀ। ਉਹਨਾਂ ਨੂੰ ਪਤਾ ਸੀ ਵੀ ਸਾਡਾ ਅਗਲਾ ਪਿਛਲਾ ਪਾਸਾ ਮਹਾਰਾਜ ਸਵਾਰ ਸਕਦਾ ਹੈ, ਇੰਨਾ ਭਰੋਸਾ ਹੈ ਸਾਡਾ ਗੁਰੂ ਦੇ ਉੱਤੇ। ਔਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਲੋਕ ਅਤੇ ਪਰਲੋਕ ਸਵਾਰ ਦਿੰਦਾ ਹੈ। ਮੈਂ ਇਸ ਕਰਕੇ ਬੇਨਤੀ ਕਰਦਾ ਹੁੰਨਾ, ਸ਼ਾਇਦ ਪਰਸੋਂ ਵੀ ਬੋਲਿਆ ਸੀ ਵੀ ਇਹ ਸਾਡੇ ਜ਼ੁਬਾਨੀ ਕਲਾਮੀ ਨਾ ਹੋਵੇ ਵੀ ਸਭ ਤੋਂ ਵੱਡਾ ਸਤਿਗੁਰ ਨਾਨਕ, ਬਸ ਵਾਕਿਆ ਹੀ ਦਿਲ ਦੇ ਵਿੱਚ ਇਹ ਗੱਲ ਏਡੀ ਵੱਡੀ ਹੋ ਜਾਵੇ ਵੀ ਬਾਬਾ ਆਪਣੇ ਵਾਲਿਆ ਪਰਵਾਹ ਹੀ ਨਹੀਂ ਕਿਸੇ ਦੀ ਸਾਨੂੰ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ। ਮਹਾਰਾਜ ਕਹਿੰਦੇ ਇਹ ਨਾਨਕ ਸਤਿਗੁਰੂ ਸਿੱਖ ਨੂੰ ਆਪਣੇ ਦਿਲ ਦੇ ਨਾਲ ਲਾ ਕੇ ਸੰਭਾਲਦਾ ਹੈ। ਜਿੱਦਾਂ ਮਾਤਾ ਆਪਣੇ ਬੱਚੇ ਨੂੰ ਵਾਰ-ਵਾਰ ਪਿਆਰ ਕਰਦੀ ਹੈ ਨਾ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਹੋਰ ਬੋਲ ਹੈ ਇਸ ਪਾਸੇ ਤੋਂ, ਜੈਸੇ ਮਾਤ ਪਿਤਾ ਪਾਲਕ ਅਨੇਕ ਸੁਤ ਅਨਕ ਸੁਤਨ ਪਹਿਨਾ ਤੈਸੇ ਹੋਏ ਆ ਵੀ। ਉਹਦੀ ਆਖਰੀ ਪੰਕਤੀ ਇਹ ਹੈ ਕਿ ਗੁਰੂ ਦਾ ਜਿਹੜਾ ਇੱਦਾਂ ਹੀ ਗੁਰੂ ਆਪਣੇ ਸਿੱਖਾਂ ਨੂੰ ਪਿਆਰ ਕਰਦਾ ਹੈ, ਪਰ ਸਿੱਖਾਂ ਦੇ ਕੋਲੋਂ ਉੱਦਾਂ ਦੀ ਸੇਵਾ ਨਹੀਂ ਹੋ ਪਾਉਂਦੀ। ਹਜ਼ੂਰ ਕਹਿੰਦੇ ਨੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ, ਦਿਲ ਦੇ ਨਾਲ ਪਿਆਰ ਕਰਦਾ ਹੈ, ਦਿਲ ਦੇ ਨਾਲ ਲਾ ਕੇ ਰੱਖਦਾ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ। ਹੁਣ ਇੱਥੇ ਇਹ ਭਾਵ ਆ ਗਿਆ ਵੀ ਜਿਹੜਾ ਗੁਰੂ ਦੇ ਕੋਲ ਸਿੱਖਿਆ ਲੈਣ ਦੀ ਖਾਤਰ ਉਹਦੇ ਘਰ ਦੇ ਵਿੱਚ ਰਹਿੰਦਾ ਹੈ। ਇੱਕ ਤਾਂ ਘਰ ਦੇ ਵਿੱਚ ਰਹਿਣਾ ਇੱਦਾਂ ਦਾ ਹੈ ਜਿੱਦਾਂ ਅਸੀਂ ਰਹਿ ਰਹੇ ਹਾਂ, ਇੱਕ ਘਰ ਦੇ ਵਿੱਚ ਰਹਿਣਾ ਇਹ ਵੀ ਹੈ ਜਿੱਦਾਂ ਤੁਸੀਂ ਰਹਿ ਰਹੇ ਜੇ। ਸਿੱਖਿਆ ਲੈਣ ਆਉਂਦੇ ਜੇ ਅਤੇ ਸਿੱਖਿਆ ਆਪਣੇ ਨਾਲ ਲੈ ਕੇ ਚਲੇ ਜਾਂਦੇ ਜੇ। ਉਹਨੂੰ ਕੀ ਕਿਹਾ ਜਾਂਦਾ ਹੈ? ਉਹਦੀ ਹਜ਼ੂਰੀ ਦੇ ਵਿੱਚ ਰਹਿਣਾ। ਗੁਰ ਕੇ ਗ੍ਰਹਿ ਸੇਵਕ ਜੋ ਰਹਿ। ਇਹਨੂੰ ਗ੍ਰਹਿ ਨਹੀਂ ਪੜ੍ਹਾਂਗੇ, ਗ੍ਰਹਿ ਪੜ੍ਹਾਂਗੇ। ਅਤੇ ਕਰੇ ਕੀ ਫਿਰ? ਗੁਰ ਕੀ ਆਗਿਆ ਮਨ ਮੈਂ ਸਹਿ। ਜਿਹੜਾ ਸਿੱਖ ਗੁਰੂ ਦੀ ਆਗਿਆ ਨੂੰ, ਗੁਰੂ ਦੇ ਹੁਕਮ ਨੂੰ ਮਨ ਦੇ ਵਿੱਚ ਸਹਿਣਾ ਸ਼ੁਰੂ ਕਰ ਦਿੰਦਾ ਹੈ, ਭਾਵ ਕਿ ਜੋ ਗੁਰੂ ਆਖਦਾ ਹੈ ਉਹਨੂੰ ਮੰਨਣਾ ਸ਼ੁਰੂ ਕਰ ਦਿੰਦਾ ਹੈ। ਆਪਸ ਕੋ ਕਰ ਕਛ ਨਾ ਜਨਾਵੇ। ਜਿਹੜਾ ਆਪਣੇ ਆਪ ਨੂੰ ਕੁਝ ਜਣਾਉਂਦਾ ਨਹੀਂ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੱਡ ਪ੍ਰਤਾਪ ਨਾ ਆਪ ਗਣ, ਕਰ ਅਹਮੇਉ ਨਾ ਕਿਸੈ ਰੰਜਾਣੈ। ਪਹਿਲੀ ਗੱਲ ਤਾਂ ਭਾਈ ਸੰਗਤ ਦੇ ਵਿੱਚ ਆਵੇ ਅਤੇ ਇਹ ਨਾ ਉਹਨੂੰ ਲੱਗੀ ਜਾਵੇ ਵੀ ਮੈਂ ਹੀ ਵੱਡਾ ਹਾਂ ਅਤੇ ਮੈਂ ਹੀ ਉੱਚਾ ਹਾਂ। ਵੱਡ ਪ੍ਰਤਾਪ ਨਾ ਆਪ ਗਣ, ਆਪਣਾ ਪ੍ਰਤਾਪ ਨਾ ਵੱਡਾ ਗਣੇ। ਕਰ ਅਹਮੇਉ ਨਾ ਕਿਸੈ ਰੰਜਾਣੇ। ਅਤੇ ਹੰਕਾਰ ਦੇ ਵਿੱਚ ਐਵੇਂ ਕਿਸੇ ਨੂੰ ਜਿਹੜਾ ਨਾ ਦੁੱਖ ਨਾ ਦੇਵੇ। ਇਹੋ ਜਿਹੇ ਬੋਲ ਨਾ ਕਦੀ ਬੋਲੇ ਵੀ ਸੁਣਨ ਵਾਲੇ ਦਾ ਦਿਲ ਟੁੱਟ ਜਾਵੇ। ਹੋਰ ਬਚਨ ਹੈ ਭਾਈ ਗੁਰਦਾਸ ਸਾਹਿਬ ਜੀ ਦਾ, ਆਪ ਗਣਾਏ
ਨਾ ਅਪੜੈ ਆਪ ਗਵਾਏ ਰੂਪ ਨਾ ਰੇਖੈ। ਕਹਿੰਦੇ ਜੇ ਆਪਣੇ ਆਪ ਨੂੰ ਗਣਾਉਂਦਾ ਹੈ ਨਾ ਵੀ ਮੈਨੂੰ ਗਿਣਿਆ ਜਾਵੇ, ਮੈਨੂੰ ਮੰਨਿਆ ਜਾਵੇ, ਫਿਰ ਨਹੀਂ ਅਪੜਦਾ। ਆਪ ਗਣਾਏ ਨਾ ਅਪੜੈ ਆਪ ਗਵਾਏ ਰੂਪ ਨਾ ਰੇਖੈ। ਕਹਿੰਦੇ ਸਗੋਂ ਆਪਣੇ ਆਪ ਨੂੰ ਗਵਾ ਲਵੇ। ਔਰ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਬੰਦਾ ਆਪਣੇ ਆਪ ਨੂੰ ਗਣਾਉਂਦਾ ਨਹੀਂ ਹੈ ਸੰਗਤ ਦੇ ਵਿੱਚ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਤੇ ਸਦਾ ਹਰੀ ਦੇ ਨਾਮ ਨੂੰ ਆਪਣੇ ਦਿਲ ਦੇ ਵਿੱਚ ਧਿਆਉਂਦਾ ਹੈ, ਮਨ ਵੇਚੈ ਸਤਿਗੁਰ ਕੇ ਪਾਸ। ਹਜ਼ੂਰ ਕਹਿੰਦੇ ਗੁਰੂ ਦੇ ਅੱਗੇ ਆਪਣਾ ਮਨ ਰੱਖ ਦੇਵੇ। ਵਿਆਖਿਆ ਤੇ 1 ਤੇ ਸੈਕਿੰਡ ਦੇ ਵਿੱਚ ਹੀ ਹੋ ਜਾਂਦੀ ਆ, ਮਨ ਰੱਖਦਿਆਂ ਜ਼ਿੰਦਗੀਆਂ ਲੰਘ ਜਾਂਦੀਆਂ ਨੇ। ਹਜ਼ੂਰ ਕਹਿੰਦੇ ਆਪਣਾ ਮਨ ਗੁਰੂ ਦੇ ਅੱਗੇ ਜੋ ਰੱਖ ਦਿੰਦਾ ਹੈ, ਤਿਸ ਸੇਵਕ ਕੇ ਕਾਰਜ ਰਾਸ, ਉਸ ਸੇਵਕ ਦੀ ਜ਼ਿੰਦਗੀ ਦੇ ਸਾਰੇ ਕਾਰਜ ਮਾਲਕ ਰਾਸ ਕਰ ਦਿੰਦਾ ਹੈ, ਕਿਉਂਕਿ ਗੁਰੂ ਆਪ ਉਹਦੇ ਕਾਰਜਾਂ ਦੇ ਵਿੱਚ ਵਰਤਦਾ ਪਿਆ ਹੈ। ਸੇਵਾ ਕਰਤ ਹੋਏ ਨਿਹਕਾਮੀ। ਸੇਵਾ ਕਰਦਿਆਂ ਇੱਕ ਖਾਸ ਕੰਡੀਸ਼ਨ ਹੈ ਮਹਾਰਾਜ ਜੀ ਦੇ ਵੱਲੋਂ ਵੀ ਭਾਈ ਸੇਵਾ ਦੇ ਬਦਲੇ ਦੇ ਵਿੱਚ ਕੁਝ ਨਾ ਮੰਗਿਆ ਜਾਵੇ। ਸਾਨੂੰ ਪ੍ਰਭਾਵ ਹੀ ਇੱਦਾਂ ਦਾ ਪਾ ਦਿੱਤਾ ਗਿਆ ਹੈ। ਮਹਾਰਾਜ ਜੀ ਨੇ ਕੱਲ੍ਹ ਵੀ ਅਸੀਂ ਇੱਕ ਬੋਲ ਬੋਲਿਆ ਸੀ, ਸੇਵਾ ਥੋੜ੍ਹੀ ਮੰਗਣ ਬਹੁਤਾ। ਬੰਦਾ ਥੋੜ੍ਹੀ ਜਿਹੀ ਸੇਵਾ ਕਰਦਾ ਅਤੇ ਬਦਲੇ ਦੇ ਵਿੱਚ ਮੰਗਣ ਲੱਗ ਪੈਂਦਾ ਨਾ ਵੀ ਮਹਾਰਾਜ ਹੁਣ ਆ ਵੀ ਮਿਲ ਜਾਵੇ ਅਤੇ ਆ ਵੀ ਮਿਲ ਜਾਵੇ। ਨਹੀਂ, ਸਤਿਗੁਰੂ ਕਹਿੰਦੇ ਨਿਸ਼ਕਾਮ ਹੋ ਜਾਵੇ, ਮੰਗ ਨਾ ਹੋਵੇ ਸੇਵਾ ਦੇ ਵਿੱਚ। ਔਰ ਬੜਾ ਵੱਡਾ ਦਿਲ ਚਾਹੀਦਾ ਹੈ ਵੀ ਮੈਂ ਕਹਾਂ ਵੀ ਹੁਣ ਮੈਂ ਸੇਵਾ ਕੀਤੀ ਹੈ ਅਤੇ ਇਹਦੇ ਬਦਲੇ ਦੇ ਵਿੱਚ ਮੈਨੂੰ ਕੁਝ ਨਹੀਂ ਚਾਹੀਦਾ। ਕਿਹਨੂੰ ਨਹੀਂ ਚਾਹੀਦਾ ਬਦਲੇ ਦੇ ਵਿੱਚ? ਵੇਖੋ ਉਸੇ ਵੇਲੇ ਗਿਣਿਆ ਜਾਂਦਾ ਨਾ ਹਿਸਾਬ ਕਿਤਾਬ ਵੀ ਅੱਧੇ ਕੁ ਘੰਟੇ ਬਦਲੇ ਇੰਨਾ ਕੁਝ ਤਾਂ ਚਾਹੀਦਾ ਹੀ ਹੈ। ਹਜ਼ੂਰ ਕਹਿੰਦੇ ਨਹੀਂ, ਐਡਾ ਵੱਡਾ ਮੈਂ ਕਹਾਂ ਵੀ ਮੈਂ ਜ਼ੁਬਾਨੀ ਨਹੀਂ ਕਿਸੇ ਨੂੰ ਕਹਿੰਦਾ ਵੀ ਮੈਨੂੰ ਕੁਝ ਨਹੀਂ ਚਾਹੀਦਾ। ਗੱਲ ਤੇ ਤਾਂ ਵੀ ਮੇਰਾ ਦਿਲ ਵੀ ਕਹੇ ਵੀ ਮੈਨੂੰ ਕੁਝ ਨਹੀਂ ਚਾਹੀਦਾ, ਦਿਲ ਵੀ ਮੰਨਦਾ ਹੋਵੇ ਇਸ ਗੱਲ ਨੂੰ। ਜ਼ੁਬਾਨੀ ਤੇ ਸਾਰੀ ਅਸੀਂ ਕੰਟਰੋਲ ਕਰ ਸਕਦੇ ਹਾਂ। ਸੇਵਾ ਕਰਤ ਹੋਏ ਨਿਹਕਾਮੀ, ਕੋਈ ਮੰਗ ਨਹੀਂ ਹੈ ਮੇਰੀ। ਔਰ ਵੈਸੇ ਮਹਾਰਾਜ ਜੀ ਦੀ ਬਾਣੀ ਦਾ ਬੋਲ ਮੈਂ ਕਾਫੀ ਸਮਾਂ ਪਹਿਲਾਂ ਵੀ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਸੇਵਾ ਦਾ ਕੰਮ ਹੀ ਇਹ ਹੁੰਦਾ ਹੈ। ਜੇਕਰ ਸੇਵਾ ਇਸ ਭਾਵਨਾ ਦੇ ਵਿੱਚ ਕੀਤੀ ਜਾਂਦੀ ਹੈ ਨਾ ਵੀ ਮੈਨੂੰ ਬਦਲੇ ਦੇ ਵਿੱਚ ਕੁਝ ਮਿਲੇ, ਤੇ ਫਿਰ ਸੇਵਾ ਸਕੂਨ ਨਹੀਂ ਦਿੰਦੀ। ਅਸਲ ਦੇ ਵਿੱਚ ਸੇਵਾ ਰਜਾ ਹੀ ਇੰਨਾ ਦਿੰਦੀ ਹੈ ਵੀ ਬੰਦੇ ਦੀ ਮੰਗ ਹੀ ਖਤਮ ਹੋ ਜਾਂਦੀ ਹੈ। ਇਹ ਦੋ ਗੱਲਾਂ ਨੇ, ਇੱਕ ਸੇਵਾ ਕਰਦਿਆਂ ਬੰਦਾ ਰੱਜ ਜਾਵੇ ਅਤੇ ਇੱਕ ਮਹਾਰਾਜ ਜੀ ਦੇ ਸਾਹਮਣੇ ਆਉਂਦਿਆਂ ਬੰਦਾ ਰੱਜ ਜਾਵੇ। ਗੁਰਬਾਣੀ ਦਾ ਇੱਕ ਬਚਨ ਹੈ, ਸਤਿਗੁਰੂ ਕਹਿੰਦੇ ਜਦੋਂ ਬੰਦਾ ਘਰੋਂ ਤੁਰਦਾ ਹੈ ਨਾ ਤੇ ਬੜਾ ਕੁਝ ਸੋਚ ਕੇ ਆਉਂਦਾ ਹੈ। ਅਸੀਂ ਵੀ ਸੋਚ ਕੇ ਆਉਂਦੇ ਹਾਂ, ਮੈਂ ਕਿਸੇ ਦੀ ਕੀ ਕਰਾਂ, ਮੈਂ ਆਪਣੀ ਗੱਲ ਕਰਾਂ, ਬੜਾ ਕੁਝ ਸੋਚ ਕੇ ਆਏ। ਪਰ ਜਦੋਂ ਸਾਹਮਣੇ ਹੋ ਗਏ ਤੇ ਜੋ ਸੋਚ ਕੇ ਆਏ ਸੀ ਸਾਰਾ ਭੁੱਲ ਹੀ ਗਿਆ ਤੇ ਹੋਰ ਹੀ ਕੁਝ ਮੰਗਿਆ ਗਿਆ, ਹੋਰ ਕੁਝ ਗੱਲ ਬਣ ਗਈ। ਸ਼ਾਇਦ ਤੁਹਾਡੇ ਨਾਲ ਕਦੀ ਬਣੀ ਹੋਵੇ। ਹਜ਼ੂਰ ਕਹਿੰਦੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੇ। ਉਹਨੂੰ ਵੇਖਦਿਆਂ ਮੇਰੀ ਦੁੱਖ ਤੇ ਭੁੱਖ ਖਤਮ ਹੋ ਗਈ, ਨਹੀਂ ਮੈਨੂੰ ਮੰਗਣਾ ਹੀ ਚੇਤੇ ਨਹੀਂ ਆਉਂਦਾ ਵੀ ਮੈਂ ਕੀ ਮੰਗਣ ਆਇਆ ਸੀ ਉਹਦੇ ਕੋਲੋਂ। ਸੇਵਾ ਦਾ ਭਾਵ ਵੀ ਇਹ ਹੈ ਵੀ ਬੰਦਾ ਜੇ ਸੇਵਾ ਕਰਦਾ ਹੈ ਨਾ, ਤੇ ਸੇਵਾ ਨੇ ਇੰਨਾ ਸਕੂਨ ਦੇ ਦਿੱਤਾ ਹੈ, ਇੰਨਾ ਰਜਾ ਦਿੱਤਾ ਹੈ ਵੀ ਠੀਕ ਹੈ ਭਾਈ ਹੁਣ ਮੈਨੂੰ ਕੁਝ ਚਾਹੀਦਾ ਹੀ ਨਹੀਂ ਹੈ। ਤੁਹਾਡਾ ਸੁਣਨਾ, ਤੁਹਾਡੇ ਸਾਰਿਆਂ ਦੇ ਚਰਨਾਂ 'ਤੇ ਨਮਸਕਾਰ ਹੈ। ਮੇਰਾ ਬੋਲਣਾ ਇੱਦਾਂ ਹੋਵੇ ਵੀ ਮੈਨੂੰ ਬੋਲਣਾ ਰਜਾ ਦੇਵੇ ਵੀ ਮੇਰੀ ਭੁੱਖ ਖਤਮ ਹੋ ਜਾਵੇ। ਤੁਹਾਡਾ ਸੁਣਨਾ ਇੱਦਾਂ ਦਾ ਹੋਵੇ ਵੀ ਤੁਹਾਡਾ ਸੁਣਨਾ ਤੁਹਾਨੂੰ ਰਜਾ ਦੇਵੇ, ਤੁਹਾਡੀ ਮੰਗ ਹੀ ਖਤਮ ਹੋ ਜਾਵੇ। ਫਿਰ ਤਾਂ ਮੰਨਦੇ ਹਾਂ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ। ਔਰ ਬਾਕੀ ਸੇਵਾ ਵੀ ਇੱਦਾਂ ਦੀ ਹੈ, ਬਾਲਟੀ ਫੜ ਕੇ ਅਤੇ ਜਿੱਦਾਂ ਬਾਲਟੀ ਰੱਖ ਦਿੱਤੀ ਨਾਲ ਮੰਗਾਂ ਵੀ ਉੱਥੇ ਡਿੱਗ ਪੈਣ ਵੀ ਕੁਝ ਨਹੀਂ ਚਾਹੀਦਾ ਬਸ। ਔਰ ਇਹ ਹੋਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ। ਹਜ਼ੂਰ ਕਹਿੰਦੇ ਨੇ ਭਾਈ ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ, ਨਿਸ਼ਕਾਮ ਹੋ ਗਿਆ ਹੈ। ਤਿਸ ਕਉ ਹੋਤ ਪ੍ਰਾਪਤ ਸੁਆਮੀ। ਮਰਦ ਕਹਿੰਦੇ ਫਿਰ ਉਸ ਬੰਦੇ ਨੂੰ ਸੁਆਮੀ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਆਪਣੀ ਕਿਰਪਾ ਜਿਸ ਆਪ ਕਰੇ। ਪਰ ਇਹ ਵੀ ਇੱਦਾਂ ਦੀ ਖੇਡ ਹੈ, ਆਪਣੀ ਕਿਰਪਾ ਜਿਹਦੇ ਉੱਤੇ ਮਾਲਕ ਆਪ ਕਰਦਾ ਹੈ, ਨਾਨਕ ਸੋ ਸੇਵਕ ਗੁਰ ਕੀ ਮੱਤ ਲੇ। ਉਹੀ ਸੇਵਕ ਗੁਰੂ ਦੀ ਮੱਤ ਲੈਂਦਾ ਹੈ। ਨਹੀਂ ਤਾਂ ਇੱਥੇ ਗੱਲ ਉਲਟ ਵੀ ਹੋ ਜਾਂਦੀ ਹੈ, ਕਿਸੇ ਵੇਲੇ ਬਹੁਤੇ ਗੁਰੂ ਨੂੰ ਮੱਤਾਂ ਵੀ ਦੇਣ ਲੱਗ ਪੈਂਦੇ ਨੇ। ਨਹੀਂ ਭਾਈ, ਇਹ ਨਹੀਂ ਜ਼ਿੰਦਗੀ ਦੇ ਵਿੱਚ ਕਰਨਾ। ਗੁਰੂ ਦੀ ਮੱਤ ਲੈਣੀ ਹੈ, ਉਹਨੂੰ ਹੀ ਗੁਰਮਤ ਕਿਹਾ ਹੈ। ਫਿਰ 20 ਬਿਸਵੇ ਗੁਰ ਕਾ ਮਨ ਮਾਨੈ। ਆਪਣੇ ਧਿਆਨ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਸੋਚ ਲੈਣਾ। 20 ਬਿਸਵੇ ਦਾ ਮਤਲਬ ਹੈ 100%। ਜਦੋਂ ਸਿੱਖ ਦੇ ਉੱਤੇ ਗੁਰੂ ਦਾ ਮਨ 100% ਮੰਨ ਜਾਂਦਾ ਹੈ, ਸਿੱਖ ਦਾ ਵੀ ਮੰਨੇ ਗੁਰੂ ਦੇ ਉੱਤੇ, ਪਰ ਗੁਰੂ ਦਾ ਵੀ ਸਿੱਖ ਦੇ ਉੱਤੇ ਮੰਨੇ। 20 ਬਿਸਵੇ ਗੁਰ ਕਾ ਮਨ ਮਾਨੈ। ਜਦੋਂ ਗੁਰੂ ਦਾ ਮਨ ਸਿੱਖ ਦੇ ਉੱਤੇ ਪ੍ਰਸੰਨ ਹੋ ਗਿਆ ਹੈ। ਤੇ ਵੇਖੋ ਭਾਈ ਗੁਰਦਾਸ ਸਾਹਿਬ ਜੀ ਦੇ ਵਾਹਿਗੁਰੂ ਬਾਬਾ ਲਹਿਣਾ ਜੀ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਬੋਲਿਆ ਹੈ, ਸਿੱਖਾਂ ਪੁੱਤਰਾਂ ਘੋਖ ਕਹਿ ਸਭ ਉਮਤ ਵੇਖੋ ਜੇ ਕਿਉਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਗੁਰੂ ਅੰਗਦ ਸਾਹਿਬ ਨੂੰ ਆਪਣੀ ਥਾਂ ਦੇ ਉੱਤੇ ਬਿਠਾਉਣਾ ਹੈ ਨਾ, ਤੇ ਬਾਬਾ ਸੱਤਾ ਤੇ ਬਾਬਾ ਬਲਵੰਡ ਕਹਿੰਦੇ ਐਵੇਂ ਨਹੀਂ ਬਿਠਾ ਦਿੱਤਾ ਵੀ ਆ ਭਾਈ ਤੂੰ ਬਹਿ ਜਾ। ਕਹਿੰਦੇ ਨਹੀਂ,
ਸਿੱਖਾਂ ਨੂੰ, ਪੁੱਤਰਾਂ ਨੂੰ ਚੰਗੀ ਤਰ੍ਹਾਂ ਮਹਾਰਾਜ ਜੀ ਨੇ ਵੇਖਿਆ ਹੈ। ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ, ਸੰਗਤ ਵੀ ਚੰਗੀ ਤਰ੍ਹਾਂ ਵੇਖੀ ਹੈ ਮਹਾਰਾਜ ਨੇ। ਜੇ ਕਿਉਂ ਵੀ ਕੌਣ ਹੈ ਜਿਹੜਾ ਇਹਨਾਂ ਦੇ ਵਿੱਚੋਂ ਇਸ ਥਾਂ 'ਤੇ ਟਿਕ ਸਕਦਾ ਹੈ, ਤੇ ਬਚਨ ਨੇ ਜਾਂ ਸ਼ੁੱਧ ਹੋਸ ਤਾਂ ਲਹਿਣਾ ਟਿਕਿਓਨ। ਜਦੋਂ ਮਹਾਰਾਜ ਨੇ ਲੱਭਿਆ ਤੇ ਸਿਰਫ ਬਾਬਾ ਲਹਿਣਾ ਹੈ ਜਿਹੜਾ ਉਸ ਥਾਂ ਦੇ ਉੱਤੇ ਆ ਕੇ ਬਿਰਾਜਮਾਨ ਹੁੰਦਾ ਹੈ। ਇਸ ਕਰਕੇ ਇਹ ਬਚਨ ਜਿਹੜਾ ਹੈ 20 ਬਿਸਵੇ ਗੁਰ ਕਾ ਮਨ ਮਾਨੈ। ਜਦੋਂ ਗੁਰੂ ਨੂੰ ਵੀ ਸਿੱਖ ਦੇ ਉੱਤੇ ਮਾਣ ਹੋਣ ਲੱਗ ਪਵੇ ਵੀ ਆਹ ਮੇਰਾ ਪੁੱਤਰ ਹੈ, ਮਹਾਰਾਜ ਨੇ ਐਵੇਂ ਥੋੜ੍ਹਾ ਪਿਆਰੇ ਬਣਾ ਲਏ ਨੇ। ਮਹਾਰਾਜ ਨੂੰ ਮਾਣ ਸੀ ਵੀ ਇਹ ਮੇਰੇ ਪੁੱਤਰ ਨੇ। ਕਿੰਨਾ ਮਾਣ ਹੋਵੇਗਾ ਨਾ ਜਦੋਂ ਮਹਾਰਾਜ ਇਸ ਗੱਲ ਨੂੰ ਕਹਿੰਦੇ ਵੀ ਫਿਰ ਕੀ ਹੋਇਆ ਜੇ 4 ਚੱਲ ਗਏ ਨੇ ਤੇ ਹਜ਼ਾਰਾਂ ਜੀਂਦੇ ਨੇ। ਗੱਲ ਤੇ ਮਾਣ ਦੀ ਹੈ ਨਾ। ਜਦੋਂ ਗੁਰੂ ਦਾ ਮਨ 100% ਮੰਨ ਜਾਂਦਾ ਹੈ ਸਿੱਖ ਦੇ ਉੱਤੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਹਜ਼ੂਰ ਕਹਿੰਦੇ ਉਹ ਸੇਵਕ ਜਿਹੜਾ ਹੈ ਨਾ ਰੱਬੀ ਅਵਸਥਾ ਨੂੰ ਸਮਝ ਲੈਂਦਾ ਹੈ, ਰੱਬ ਦੀ ਗਤ ਨੂੰ ਜਾਣ ਲੈਂਦਾ ਹੈ, ਉਹਦੇ ਹੁਕਮ ਨੂੰ ਸਮਝ ਲੈਂਦਾ ਹੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ। ਗੁਰੂ ਵੀ ਉਹ ਹੈ ਭਾਈ ਜਿਹਦੇ ਹਿਰਦੇ ਦੇ ਵਿੱਚ ਰੱਬ ਦਾ ਨਾਮ ਹੈ। ਗੁਰੂ ਉਹ ਨਹੀਂ ਹੈ ਜਿਹਦਾ ਨਾਮ ਗੁਰੂ ਹੈ ਤੇ ਕਬਜ਼ੇ ਜ਼ਮੀਨਾਂ 'ਤੇ ਹੋਣ। ਹਜ਼ੂਰ ਕਹਿੰਦੇ ਆ ਤੁਸੀਂ ਵੇਖਦੇ ਜੇ ਕਿੰਨੇ ਨਾਮ ਦੇ ਗੁਰੂ ਨੇ ਤੇ ਵਿਚਾਰੇ ਜੇਲ੍ਹਾਂ 'ਚੋਂ ਹਿਸਾਬ ਕਿਤਾਬ ਤੋਰੀ ਫਿਰਦੇ ਨੇ। ਸਤਿਗੁਰੂ ਕਹਿੰਦੇ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਜਿਹਦੇ ਹਿਰਦੇ ਦੇ ਵਿੱਚ ਨਾਮ ਹੈ। ਜੇਲ੍ਹ ਜਾਣਾ ਬੁਰੀ ਗੱਲ ਨਹੀਂ ਹੈ, ਹੋ ਜਾਂਦਾ ਹੈ, ਪਰ ਜਿਨ੍ਹਾਂ ਕੰਮਾਂ 'ਚ ਗਏ ਉਹ ਬੜੇ ਬੁਰੇ ਕੰਮ ਨੇ। ਜੇਲ੍ਹ ਤਾਂ ਕਈਆਂ ਨੂੰ ਹੋ ਜਾਂਦੀ ਹੈ, ਪਰ ਕਿਹੜੇ ਕੰਮਾਂ 'ਚ ਹੋਈ ਹੈ ਉਹ ਜ਼ਿਆਦਾ ਦਿੱਕਤ ਕਰਦੀ ਹੈ। ਇਸ ਕਰਕੇ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਅਨੇਕ ਬਾਰ ਗੁਰ ਕਉ ਬਲ ਜਾਓ। ਹਜ਼ੂਰ ਕਹਿੰਦੇ ਅਨੇਕਾਂ ਵਾਰੀ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ। ਸਰਬ ਨਿਧਾਨ ਜੀ ਕਾ ਦਾਤਾ। ਗੁਰੂ ਕਿੱਦਾਂ ਦਾ ਹੈ? ਸਾਰਿਆਂ ਖਜ਼ਾਨਿਆਂ ਦਾ ਦਾਤਾ ਹੈ। ਫਿਰ 8 ਪਹਿਰ ਪਾਰ ਬ੍ਰਹਮ ਰੰਗ ਰਾਤਾ। 8 ਪਹਿਰ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਜੋ ਗੁਰੂ ਦਾ ਸੁਭਾਅ ਵੇਖਣਾ ਹੋਵੇ ਤਾਂ ਇਸ ਅਸ਼ਟਪਦੀ ਤੋਂ ਵੇਖਿਆ ਜਾ ਸਕਦਾ ਹੈ। ਬ੍ਰਹਮ ਮਹਿ ਜਨ, ਜਨ ਮਹਿ ਪਾਰ ਬ੍ਰਹਮ। ਇੱਥੇ ਜਨ ਦਾ ਭਾਵ ਹੈ ਸਤਿਗੁਰੂ। ਸਤਿਗੁਰੂ ਰੱਬ ਦੇ ਵਿੱਚ ਤੇ ਰੱਬ ਸਤਿਗੁਰੂ ਦੇ ਵਿੱਚ ਸਮਾਇਆ ਹੋਇਆ ਹੈ। ਸਿੱਖ ਜਿਹੜਾ ਹੈ, ਜਿਹੜਾ ਗੁਰੂ ਹੈ, ਉਹ ਰੱਬ ਦੇ ਵਿੱਚ ਹੋ ਗਿਆ। ਜਿਹਨੂੰ ਕਹਿੰਦੇ ਨੇ ਨਾ ਪਾਰ ਬ੍ਰਹਮ ਗੁਰ ਨਾਹੀ ਭੇਦ। ਰੱਬ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ। ਬ੍ਰਹਮ ਮਹਿ ਜਨ, ਜਨ ਮਹਿ ਪਾਰ ਬ੍ਰਹਮ। ਇੱਕ ਹੈ ਆਪ ਨਹੀਂ ਕਛ ਭਰਮ। ਹਜ਼ੂਰ ਕਹਿੰਦੇ ਭਾਈ ਰੱਬ ਤੇ ਗੁਰੂ ਇੱਕ ਹੋ ਗਏ ਨੇ, ਇਹਦੇ ਵਿੱਚ ਕੋਈ ਭਰਮ ਨਹੀਂ ਹੈ, ਇਹਦੇ ਵਿੱਚ ਕੋਈ ਐਵੇਂ ਗਲਤ ਜੀ ਗੱਲ ਨਹੀਂ ਹੈ। ਸਹਿਸ ਸਿਆਣਪ ਲਿਆ ਨਾ ਜਾਈਏ। ਪਰ ਇਹੋ ਜਿਹਾ ਗੁਰੂ ਜਿਹੜਾ ਹੈ ਨਾ ਉਹ ਚਲਾਕੀਆਂ ਨਾਲ ਨਹੀਂ ਮਿਲਦਾ, ਉਹਦੇ ਅੱਗੇ ਚਲਾਕੀਆਂ ਨਹੀਂ ਚੱਲਦੀਆਂ। ਸਹਿਸ ਸਿਆਣਪ ਲਿਆ ਨਾ ਜਾਈਏ, ਨਾਨਕ ਐਸਾ ਗੁਰ ਬੜ ਭਾਗੀ ਪਈਏ। ਇਹੋ ਜਿਹਾ ਗੁਰ ਵੱਡਿਆਂ ਭਾਗਾਂ ਦੇ ਨਾਲ ਮਿਲਦਾ। ਮਤਲਬ ਉਹ ਗੁਰੂ ਹੈ ਜਦੋਂ ਸਾਡੇ ਵਿੱਚੋਂ ਇੰਝ ਲੱਗਣ ਲੱਗ ਪੈਂਦਾ ਨਾ ਕਈਆਂ ਨੂੰ ਵੀ ਗੁਰੂ ਨੂੰ ਕਿਹੜਾ ਪਤਾ ਲੱਗਦਾ ਹੈ। 2 ਤਰੀਕੇ ਦੇ ਸਿੱਖ ਹੁੰਦੇ ਨੇ, ਵਾਹਿਗੁਰੂ ਬਖਸ਼ ਲਵੇ। ਇੱਕ ਤੇ ਉਹ ਹੁੰਦੇ ਨੇ ਵੀ ਮਹਾਰਾਜ ਜੀ ਤੁਹਾਡਾ ਰਸਤਾ ਤੇ ਹੈ ਪਰ ਸਾਡੇ ਕੋਲੋਂ ਚੱਲਿਆ ਨਹੀਂ ਜਾਂਦਾ, ਜਿਹਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚਾਲੇ ਗੁਰ ਚਾਲੀ। ਵੀ ਸੱਚੇ ਪਾਤਸ਼ਾਹ ਮੇਰੇ ਕੋਲੋਂ ਨਹੀਂ ਚੱਲਿਆ ਜਾਂਦਾ, ਤੁਹਾਡਾ ਰਸਤਾ ਤੇ ਠੀਕ ਹੈ, ਤੁਸੀਂ ਕਿਰਪਾ ਕਰੋ ਤੇ ਮੈਂ ਚੱਲ ਸਕਾਂ। ਉਹਨਾਂ ਨੂੰ ਪਤਾ ਵੀ ਅਸੀਂ ਗਲਤ ਹੁੰਦੇ ਹਾਂ। ਇੱਦਾਂ ਦੇ ਵੀ ਕਈ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਮਹਾਰਾਜ ਆਹ ਗੱਲ ਨਾ ਲਿਖਦੇ ਤੇ ਫਿਰ ਗੱਲ ਬੜੀ ਵਧੀਆ ਹੋ ਜਾਣੀ ਸੀ। ਮਤਲਬ ਉਹ ਗੁਰੂ ਨੂੰ ਵੀ ਮਤਾਂ ਦੇਣ ਵਾਲੇ। ਹਜ਼ੂਰ ਕਹਿੰਦੇ ਨੇ ਭਾਈ ਚਲਾਕੀਆਂ ਨਾਲ ਨਹੀਂ ਇਹੋ ਜਿਹਾ ਗੁਰੂ ਮਿਲਦਾ ਵੀ ਉਹਨੂੰ ਮਤਾਂ ਵੀ ਦੇਈ ਜਾਓ ਤੇ ਉਹਨੂੰ ਗੁਰੂ ਵੀ ਮੰਨੀ ਜਾਓ। ਜਿਹਨੂੰ ਮਤਾਂ ਦੇਣੀਆਂ ਨੇ ਫਿਰ ਗੁਰੂ ਕਿੱਦਾਂ ਹੋ ਸਕਦਾ? ਸਤਿਗੁਰੂ ਕਹਿੰਦੇ ਨੇ ਭਾਈ ਨਾਨਕ ਐਸਾ ਗੁਰ ਵੱਡ ਭਾਗੀ ਪਾਈਐ। ਵੱਡਿਆਂ ਭਾਗਾਂ ਦੇ ਨਾਲ ਇਹੋ ਜਿਹਾ ਗੁਰੂ ਮਿਲਦਾ ਹੈ। ਤੇ ਕਿੱਦਾਂ ਦਾ ਹੈ ਗੁਰੂ? ਸਫਲ ਦਰਸ਼ਨ ਪੇਖਤ ਪੁਨੀਤ। ਜਿਹਦਾ ਦਰਸ਼ਨ ਸਫਲ ਹੈ, ਜਿਹਦਾ ਦਰਸ਼ਨ ਵੇਖਦਿਆਂ ਹੀ ਬੰਦਾ ਪਵਿੱਤਰ ਹੋ ਜਾਂਦਾ ਹੈ। ਸੈਦ ਖਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰਨ ਦੇ ਲਈ ਆਇਆ ਸੀ। ਅਤੇ ਜਦੋਂ ਮਹਾਰਾਜ ਜੀ ਦੇ ਦਰਸ਼ਨ ਕੀਤੇ ਸੀ ਨਾ, ਅਤੇ ਜ਼ਿਕਰ ਆਉਂਦਾ ਹੈ ਵੀ ਮਹਾਰਾਜ ਜੀ ਦੀ ਜਦੋਂ ਸਤਿਗੁਰੂ ਘੋੜੇ 'ਤੇ ਸਵਾਰ ਸੀ ਅਤੇ ਸਤਿਗੁਰੂ ਜੀ ਨੇ ਪੈਰ ਫਸਾਏ ਹੋਏ ਸੀ ਰਕਾਬਾਂ ਦੇ ਵਿੱਚ, ਜਿਹੜਾ ਘੋੜੇ ਦਾ ਫੁੱਟ ਰੈਸਟ ਹੁੰਦਾ ਹੈ ਜਿੱਦਾਂ, ਉੱਥੇ ਮਹਾਰਾਜ ਜੀ ਦੇ ਪੈਰ ਸੀ। ਅਤੇ ਜਦੋਂ ਉਹਨੇ ਮਹਾਰਾਜ ਦੇ ਦਰਸ਼ਨ ਕੀਤੇ ਸੀ ਨਾ, ਅਤੇ ਵੇਖਦਿਆਂ ਬਾਅਦ 'ਚ ਗੁਰੂ ਸਾਹਿਬ ਆਪਣੇ ਘੋੜੇ ਤੋਂ ਉਤਰ ਕੇ ਅਤੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਗਿਆ ਸੀ। ਕਹਿੰਦਾ ਸੀ ਮਹਾਰਾਜ ਗਲਤੀ ਹੋ ਚੱਲੀ ਸੀ, ਮੈਂ ਤਾਂ ਹੋਰ ਹੀ ਕੰਮ ਨੂੰ ਤੁਰ ਪਿਆ ਸੀ। ਇਹ ਕੀ ਹੁੰਦਾ ਹੈ? ਉਹਨੂੰ ਵੇਖਣ ਦੇ ਵਿੱਚ ਸਾਡੀ ਜ਼ਿੰਦਗੀ 'ਚ ਕੀ ਬਦਲਾਅ ਆਉਂਦਾ ਹੈ। ਸਫਲ ਦਰਸ਼ਨ ਪੇਖਤ ਪੁਨੀਤ, ਜਿਹਨੂੰ ਵੇਖਦਿਆਂ ਹੀ ਬੰਦਾ ਪਵਿੱਤਰ ਹੋ ਜਾਂਦਾ ਹੈ। ਬੜੇ ਹਵਾਲੇ ਨੇ ਗੁਰਬਾਣੀ ਦੇ ਵਿੱਚ ਇਸ ਪਾਸੇ ਤੋਂ। ਪਰਸਤ ਚਰਨ ਗਤ ਨਿਰਮਲ ਰੀਤ, ਜਿਹਦੇ ਚਰਨ ਪਰਸਦਿਆਂ ਹੀ ਸਾਡੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ।
ਕੋਈ ਇਹਨੂੰ ਵਹਿਮ ਵਾਲੇ ਪਾਸੇ ਤੋਂ ਮੰਨੇ ਅਤੇ ਕੋਈ ਇਹਨੂੰ ਭਰਮ ਵਾਲੇ ਪਾਸੇ ਤੋਂ ਮੰਨੇ। ਮੈਂ ਤਾਂ ਇਸ ਗੱਲ ਦੇ ਨਾਲ ਵੇਖਦਾ ਹਾਂ ਵੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਖਰ ਵੇਖਦਿਆਂ ਹੀ, ਸ਼ਬਦ ਵੇਖਦਿਆਂ ਹੀ ਜ਼ਿੰਦਗੀ 'ਚ ਤਬਦੀਲੀ ਆ ਜਾਂਦੀ ਹੈ। ਕਿਸੇ ਦੇ ਨਹੀਂ ਆਉਂਦੀ ਅਤੇ ਉਹਦਾ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ, ਪਰ ਸਤਿਗੁਰੂ ਕਹਿੰਦੇ ਨੇ ਤੇ ਪਰਸਦਿਆਂ ਹੀ ਜਿਹੜੀ ਆ ਉਹ ਜ਼ਿੰਦਗੀ ਦੇ ਵਿੱਚ ਪਵਿੱਤਰਤਾ ਆ ਜਾਂਦੀ ਹੈ, ਸ਼ੋਅ ਕਮਾਲ ਦੀ ਆ ਜਾਂਦੀ ਹੈ। ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ। ਭਾਈ ਉਹਨੂੰ ਮਿਲ ਕੇ ਤੇ ਬੰਦਾ ਰੱਬ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦਾ ਹੈ। ਪਾਰ ਬ੍ਰਹਮ ਕੀ ਦਰਗਾਹ ਗਵੇ, ਹਜ਼ੂਰ ਕਹਿੰਦੇ ਨੇ ਰੱਬ ਦੀ ਦਰਗਾਹ ਤੱਕ ਪਹੁੰਚ ਹੋ ਜਾਂਦੀ ਹੈ। ਸੁਣ ਕਰ ਬਚਨ ਕਰਨ ਆਗਾਨੇ, ਜਿਹਦੀਆਂ ਗੱਲਾਂ ਸੁਣ ਕੇ ਕੰਨ ਰੱਜ ਜਾਂਦੇ ਨੇ। ਇਹ ਵੀ ਦੋ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ, ਕਈਆਂ ਦੀਆਂ ਗੱਲਾਂ ਸੁਣੀਏ ਤੇ ਕੰਨ ਪੱਕ ਜਾਂਦੇ ਨੇ, ਕਈਆਂ ਦੀਆਂ ਗੱਲਾਂ ਸੁਣੀਏ ਤੇ ਕੰਨ ਰੱਜ ਜਾਂਦੇ ਨੇ। ਦਾਤਾਰ ਕਹਿੰਦੇ ਗੁਰੂ ਉਹ ਹੈ ਜਿਹਦੀਆਂ ਗੱਲਾਂ ਸੁਣ ਕੇ ਕੰਨ ਰੱਜ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਨੇ। ਮਨ ਸੰਤੋਖ ਆਤਮ ਪਤੀਆ ਨੇ, ਮਨ ਨੂੰ ਸੰਤੋਖ ਆ ਜਾਂਦਾ ਹੈ, ਆਤਮਾ ਪਤੀਜ ਜਾਂਦਾ ਹੈ। ਮੈਂ ਤਾਂ ਸਿਰਫ ਅਨੁਭਵ ਦੇ ਵਿੱਚ ਇਸ ਗੱਲ ਨੂੰ ਵੇਖਦਾ ਨਾ ਵੀ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਬੋਲਦੇ ਹੋਣਗੇ ਅਤੇ ਬਾਕੀਆਂ ਦੇ ਪੱਲੇ ਕੀ ਰਹਿ ਜਾਂਦਾ ਹੋਵੇਗਾ ਵੀ ਉਹਨਾਂ ਦੀ ਤਾਂ ਬੋਲਣ ਦੀ ਹਿੰਮਤ ਹੀ ਖਤਮ ਹੋ ਜਾਂਦੀ ਹੋਵੇਗੀ ਨਾ, ਵੀ ਬਸ ਇਹੋ ਹੀ ਬੋਲੇ ਅਤੇ ਅਸੀਂ ਸੁਣੀਏ ਬਸ। ਇਹ ਗੁਰੂ ਦਾ ਅਨੁਭਵ ਹੈ ਜਿਹੜਾ ਅਸੀਂ ਦੇਸ਼ ਕਾਲ ਤੋਂ ਉੱਤੇ ਜਾ ਕੇ ਸੋਚਦੇ ਹਾਂ, ਟਾਈਮਲੈਸ ਹੋ ਕੇ ਸੋਚਿਆ ਜਾ ਸਕਦਾ ਹੈ। ਹਜ਼ੂਰ ਕਹਿੰਦੇ ਨੇ ਪੂਰਾ ਗੁਰ ਅਖਇਓ ਜਾ ਕਾ ਮੰਤਰ। ਇਹ ਪਾਠ ਸੋਚ ਲਿਓ, ਸੁਣ ਲਿਓ ਵਾਹਿਗੁਰੂ। ਅਖਇਓ, ਅਖਇਓ ਦਾ ਮਤਲਬ ਹੁੰਦਾ ਹੈ ਜਿਹੜਾ ਨਾਸ਼ ਨਹੀਂ ਹੁੰਦਾ, ਜਿਹੜਾ ਖਤਮ ਨਹੀਂ ਹੁੰਦਾ। ਗੁਰੂ ਉਹ ਹੈ ਜਿਹੜਾ ਪੂਰਾ ਹੈ ਅਤੇ ਜਿਹਦੀ ਸਿੱਖਿਆ ਕਦੀ ਨਾਸ਼ ਹੋਣ ਵਾਲੀ ਨਹੀਂ ਹੈ। ਅਖਇਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਹਜ਼ੂਰ ਕਹਿੰਦੇ ਨੇ ਨਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਹੋ, ਤਾਕੇ ਤਾਪ ਤਨਕ ਮੋਹ ਹਰਹੋ। ਭਾਈ ਗੁਰਦਾਸ ਸਾਹਿਬ ਨੇ ਵੀ ਇਹਨੂੰ ਇੱਦਾਂ ਬੋਲਿਆ ਹੈ। ਉਹ ਕਹਿੰਦੇ ਨੇ ਵੀ ਬਸ ਆਦ ਕੇ ਬਿਆਦ ਕੇ ਉਪਾਦ ਕੇ ਤ੍ਰਿਦੋਖ ਹੋਤੇ, ਗੁਰਸਿੱਖ ਸਾਧ ਗੁਰ ਵੈਦ ਪੈ ਲਿਆਏ ਹੈ। ਅੰਮ੍ਰਿਤ ਕਟਾਸ਼ ਪੇਖ ਜਨਮ ਮਰਨ ਮੇਟੇ, ਜੋਨ ਜਮ ਭੈ ਨਿਵਾਰ ਅਭੈ ਪਦ ਪਾਏ ਹੈ। ਅਤੇ ਬਸ ਇੰਨੀ ਕੁ ਕਿਰਪਾ ਹੈ ਔਰ ਇੰਨੀ ਕੁ ਬਖਸ਼ਿਸ਼ ਉਹਦੀਆਂ ਅੱਖਾਂ ਦੇ ਵਿੱਚ ਹੈ, ਉਹ ਕਿਸੇ ਨੂੰ ਧਿਆਨ ਦੇ ਨਾਲ ਵੇਖ ਲਵੇ ਅਤੇ ਸਤਿਗੁਰੂ ਕਹਿੰਦੇ ਤਾਕੇ ਤਾਪ ਤਨਕ ਮੋਹ ਹਰਹੋ, ਇੱਕ ਪਲ ਦੇ ਵਿੱਚ ਹਰ ਕੇ ਰੱਖ ਦਿੰਦਾ ਹੈ ਗੁਰੂ। ਹਜ਼ੂਰ ਕਹਿੰਦੇ ਨੇ ਭਾਈ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਜਿਹਦੇ ਉੱਤੇ ਗੁਰੂ ਅੰਮ੍ਰਿਤ ਦ੍ਰਿਸ਼ਟੀ ਵਰਤਾ ਦਿੰਦਾ ਹੈ ਨਾ, ਬਸ ਉਹ ਦ੍ਰਿਸ਼ਟੀ ਦੇ ਵਿੱਚ ਹੀ ਸੰਤ ਬਣ ਜਾਂਦਾ ਹੈ। ਉਹਦੀ ਇੱਕ ਕਿਰਪਾ ਹੈ ਬਸ। ਗੁਣ ਬੇਅੰਤ ਕੀਮਤ ਨਹੀਂ ਪਾਏ। ਹਜ਼ੂਰ ਕਹਿੰਦੇ ਨੇ ਭਾਈ ਸਤਿਗੁਰੂ ਦੇ ਗੁਣ ਬੇਅੰਤ ਨੇ, ਇਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਫਿਰ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹਨੂੰ ਮਾਲਕ ਭਾਉਂਦਾ ਹੈ ਨਾ, ਹਜ਼ੂਰ ਕਹਿੰਦੇ ਨੇ ਭਾਈ ਉਹਨੂੰ ਗੁਰੂ ਦੇ ਨਾਲ ਮਿਲਾ ਦਿੰਦਾ ਹੈ। ਗੁਰੂ ਕੋਲ ਹੋਣਾ, ਗੁਰੂ ਦੇ ਕੋਲ ਹੋਣਾ, ਇਹ ਥੋੜ੍ਹਾ ਜਿਹਾ ਫਰਕ ਹੈ। ਮੈਂ ਅਕਸਰ ਕਹਿੰਦਾ ਹੁੰਦਾ ਗੁਰਦੁਆਰੇ ਅਤੇ ਗੁਰੂ ਦੇ ਕੋਲ ਆਉਣ ਦੇ ਵਿੱਚ ਫ਼ਰਕ ਹੈ। ਗੁਰਦੁਆਰੇ ਮੈਂ ਵੀ ਆਇਆ ਹੋਵਾਂਗਾ, ਗੁਰਦੁਆਰੇ ਹੁਣ ਅਸੀਂ ਸਾਰੇ ਆਏ ਹਾਂ, ਪਰ ਇੱਕ ਸਟੈਪ ਹੈ ਹੁਣ ਗੁਰੂ ਦੇ ਕੋਲ ਆਈਏ। ਬਾਬਾ ਕਬੀਰ ਕਹਿੰਦੇ ਕਬੀਰ ਗੁਰ ਲਾਗਾ ਤਬ ਜਾਨੀਆਂ, ਮਿਟੈ ਮੋਹ ਤਨ ਤਾਪ। ਗੁਰੂ ਦਾ ਲੱਗਣਾ ਇੱਦਾਂ ਹੈ ਜਿੱਦਾਂ ਸਾਨੂੰ ਰੋਟੀ ਲੱਗਦੀ ਹੈ, ਗੁਰੂ ਦਾ ਲੱਗਣਾ ਇੱਦਾਂ ਹੈ ਜਿੱਦਾਂ ਸਾਨੂੰ ਦਵਾਈ ਲੱਗਦੀ ਹੈ, ਇੱਦਾਂ ਹੈ। ਹਜ਼ੂਰ ਕਹਿੰਦੇ ਨੇ ਜਿਸ ਭਾਵੇ ਇਸ ਲਏ ਮਿਲਾਏ, ਜਿਹਨੂੰ ਰੱਬ ਭਾਵੇ ਉਹਨੂੰ ਆਪਣੇ ਨਾਲ ਮਿਲਾਉਂਦਾ ਹੈ। ਫਿਰ ਸਤਿਗੁਰੂ ਜੀ ਦੇ ਅਗਲੇ ਬਚਨ ਨੇ ਜਿਹਬਾ ਏਕ ਉਸਤਤ ਅਨੇਕ। ਵਾਹਿਗੁਰੂ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਜਿਹਬਾ ਏਕ ਉਸਤਤ ਅਨੇਕ। ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਦੀਆਂ ਉਸਤਤਾਂ ਅਨੇਕਾਂ ਨੇ, ਉਹਦੇ ਗੁਣ ਅਨੇਕਾਂ ਨੇ, ਪਰ ਸਾਡੀ ਜ਼ੁਬਾਨ ਇੱਕ ਹੈ। ਕਹਿਣ ਦਾ ਭਾਵ ਹੈ ਅੱਜ ਦਾ ਹੁਕਮ ਵੀ ਤੁਸੀਂ ਪੜ੍ਹ ਕੇ ਆਏ ਹੋਵੋਗੇ। ਹਜ਼ੂਰ ਕਹਿੰਦੇ ਨੇ ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਉੱਥੇ ਸ਼ਬਦ ਹੈ ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਜਿਹਵਾ ਏਕ ਉਸਤਤ ਅਨੇਕ। ਸਤਿਗੁਰੂ ਸਾਡੀ ਜ਼ੁਬਾਨ ਇੱਕ ਅਤੇ ਵਾਹਿਗੁਰੂ ਦੇ ਗੁਣ ਬੇਅੰਤ। ਸਤਿਪੁਰਖ ਪੂਰਨ ਵਿਵੇਕ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਪੂਰੀ ਸਮਝ ਵਾਲਾ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਬੰਦਾ ਆਪਣੇ ਬੋਲਾਂ ਦੇ ਨਾਲ ਉਹਦੇ ਤੱਕ ਨਹੀਂ ਪਹੁੰਚ ਸਕਦਾ। ਅਗੰਮ ਅਗੋਚਰ ਪ੍ਰਭ ਨਿਰਬਾਣੀ, ਉਹ ਵਾਹਿਗੁਰੂ ਅਗੰਮ ਹੈ ਜਿਹਦੇ ਤੱਕ ਗਮਿਤਾ ਨਹੀਂ ਹੋ ਸਕਦੀ, ਜਿਹਦੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੈ। ਅਗੋਚਰ ਪ੍ਰਭ ਨਿਰਬਾਣੀ, ਜਿਹੜਾ ਵਾਸ਼ਨਾ ਤੋਂ ਰਹਿਤ ਵਾਹਿਗੁਰੂ ਹੈ।
ਨਿਰਾਹਾਰ, ਜਿਹਨੂੰ ਆਹਾਰ ਦੀ ਲੋੜ ਨਹੀਂ ਹੈ। ਇਹ ਨਹੀਂ ਵੀ ਜਿੱਦਾਂ ਉਹਦੇ ਅੱਗੇ ਪਲੇਟਾਂ ਰੱਖ ਦਿੱਤੀਆਂ ਅਤੇ ਉਹਨੇ ਖਾਣਾ ਹੈ ਪ੍ਰਸ਼ਾਦਾ, ਨਹੀਂ, ਉਹਨੂੰ ਕਿਸੇ ਪ੍ਰਸ਼ਾਦੇ ਦੀ ਲੋੜ ਨਹੀਂ ਹੈ, ਨਿਰਾਹਾਰ ਹੈ ਉਹ। ਆਪ ਜੀ ਨੇ ਸ਼ਾਇਦ ਕਦੀ ਦਰਸ਼ਨ ਕੀਤੇ ਹੋਣਗੇ ਗੁਰਦੁਆਰਾ ਸਾਹਿਬਾਨ ਦੇ ਅੰਦਰ, ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਵਰਤਦੀ ਹੈ, 5 ਪਿਆਰਿਆਂ ਦਾ ਗੱਫਾ ਕੱਢਿਆ ਜਾਂਦਾ ਹੈ ਪਹਿਲਾਂ, ਅਤੇ ਜਿਹੜਾ ਇੱਕ ਗੱਫਾ ਹੈ ਉਹ ਸਪੈਸ਼ਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਦੇ ਵਿੱਚ ਰੱਖਿਆ ਜਾਂਦਾ ਹੈ। ਉਹ ਇਸ ਕਰਕੇ ਰੱਖਿਆ ਜਾਂਦਾ ਹੈ, ਭਾਈ ਜਿਹੜਾ ਗ੍ਰੰਥੀ ਸਿੰਘ ਤਾਬਿਆ ਬੈਠਾ ਹੈ ਉਹ ਤੁਹਾਡੇ ਵਿੱਚੋਂ ਵੀ ਕੋਈ ਹੋ ਸਕਦਾ ਹੈ। ਜਿਹੜਾ ਤਾਬਿਆ ਬੈਠਾ ਹੈ ਨਾ, ਉਹ ਉਹਦੇ ਲਈ ਹੈ ਵੀ ਜਦੋਂ ਦੀਵਾਨ ਸਮਾਪਤ ਹੋ ਜਾਵੇਗਾ, ਸੰਗਤ ਸਾਰੀ ਨੇ ਛਕ ਲੈਣਾ ਹੈ, ਉਹ ਜਦੋਂ ਤਾਬਿਆ ਤੋਂ ਉੱਠੇਗਾ ਅਤੇ ਫਿਰ ਉਹ ਗੱਫਾ ਛਕ ਲਵੇਗਾ। ਉਹ ਪ੍ਰਸ਼ਾਦ ਉਹਦੇ ਲਈ ਹੁੰਦਾ ਹੈ। ਉਹ ਇਸ ਕਰਕੇ ਨਹੀਂ ਹੁੰਦਾ ਵੀ ਕੋਈ ਸੋਚੇ ਵੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੱਖਿਆ, ਨਹੀਂ, ਉਹ ਤਾਬਿਆ ਬੈਠੇ ਗ੍ਰੰਥੀ ਸਿੰਘ ਦੇ ਲਈ ਹੈ। ਨਿਰਾਹਾਰ ਹੈ ਰੱਬ, ਉਹਨੂੰ ਕਿਸੇ ਆਹਾਰ ਦੀ ਲੋੜ ਨਹੀਂ ਹੈ। ਨਿਰਾਹਾਰ, ਨਿਰਵੈਰ, ਸੁਖਦਾਈ, ਉਹਦਾ ਕਿਸੇ ਨਾਲ ਵੈਰ ਨਹੀਂ, ਸੁੱਖ ਦੇਣ ਵਾਲਾ ਹੈ। ਤਾਂ ਕਿ ਕੀਮਤ ਕਿਹਨਾਂ ਨਾ ਪਾਈ, ਮਹਾਰਾਜ ਕਹਿੰਦੇ ਉਸ ਰੱਬ ਦੀ ਕੀਮਤ ਨਹੀਂ ਕਿਸੇ ਨੇ ਪਾਈ ਹੈ। ਅਨੇਕ ਭਗਤ ਬੰਦਨ ਨਿਤ ਕਰੈਂ, ਅਨੇਕਾਂ ਭਗਤ ਉਹਨੂੰ ਨਿਤ ਬੰਦਨਾ ਕਰਦੇ ਨੇ, ਨਮਸਕਾਰ ਕਰਦੇ ਨੇ। ਚਰਨ ਕਮਲ ਹਿਰਦੈ ਸਿਮਰੈ, ਉਹਦੇ ਕਮਲ ਵਰਗੇ ਚਰਨਾਂ ਨੂੰ ਆਪਣੇ ਦਿਲ ਦੇ ਵਿੱਚ ਸਿਮਰਦੇ ਨੇ। ਸਦ ਬਲਿਹਾਰੀ ਸਤਿਗੁਰ ਆਪਣੇ, ਮਹਾਰਾਜ ਕਹਿੰਦੇ ਆਪਣੇ ਐਸੇ ਸਤਿਗੁਰੂ ਤੋਂ ਅਸੀਂ ਸਦਾ ਬਲਿਹਾਰ ਜਾਂਦੇ ਹਾਂ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਜਿਹਦੀ ਕਿਰਪਾ ਦੇ ਨਾਲ ਇਹੋ ਜਿਹਾ ਰੱਬ ਜਪਿਆ ਜਾਂਦਾ ਹੈ ਜਿਹਦਾ ਉੱਤੇ ਮਹਾਰਾਜ ਨੇ ਜ਼ਿਕਰ ਕੀਤਾ ਹੈ। ਇਹ ਹਰ ਰਸ ਪਾਵੈ ਜਨ ਕੋਏ, ਨਾਮ ਰਸ ਏਡੀ ਕਮਾਲ ਦੀ ਚੀਜ਼ ਹੈ, ਪਰ ਸਤਿਗੁਰੂ ਕਹਿੰਦੇ ਕੋਈ ਵਿਰਲਾ ਹੀ ਇਹਨੂੰ ਪਾਉਂਦਾ ਹੈ। ਅੰਮ੍ਰਿਤ ਪੀਵੈ ਅਮਰ ਸੋ ਹੋਏ, ਜਿਹਨੂੰ ਬਾਣੀ ਦਾ ਟੇਸਟ ਆਉਣ ਲੱਗ ਪਿਆ ਹੈ, ਹਜ਼ੂਰ ਕਹਿੰਦੇ ਸਮਝ ਲਓ ਅੰਮ੍ਰਿਤ ਪੀ ਰਿਹਾ ਹੈ ਅਤੇ ਉਹ ਅਮਰ ਹੋ ਜਾਵੇਗਾ। ਉਸ ਪੁਰਖ ਕਾ ਨਾ ਹੀ ਕਦੇ ਵਿਨਾਸ਼, ਆਤਮਿਕ ਤੌਰ 'ਤੇ ਉਸ ਪੁਰਖ ਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ। ਜਾ ਕੈ ਮਨ ਪ੍ਰਗਟੇ ਗੁਣਤਾਸ, ਜੀ ਦੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਗਟ ਹੋ ਗਏ ਹਨ। 8 ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ। ਮਹਾਰਾਜ ਕਹਿੰਦੇ ਗੁਰੂ ਵੀ ਇੱਦਾਂ ਦਾ ਹੈ ਜਿਹੜਾ 8 ਪਹਿਰ ਮਾਲਕ ਦਾ ਨਾਮ ਜਪਦਾ ਹੈ। ਗੁਰੂ ਵੀ ਇੱਦਾਂ ਦਾ ਹੈ ਅਤੇ ਫਿਰ ਆਪਣੇ ਸੇਵਕ ਨੂੰ ਵੀ ਇਹੋ ਹੀ ਉਪਦੇਸ਼ ਦਿੰਦਾ ਹੈ। ਗੁਰੂ ਹੋਰ ਕੋਈ ਉਪਦੇਸ਼ ਨਹੀਂ ਦਿੰਦਾ। ਸੱਚ ਉਪਦੇਸ਼ ਸੇਵਕ ਕੋ ਦੇ, ਮੋਹ ਮਾਇਆ ਕੈ ਸੰਗ ਨਾ ਲੇਪ, ਉਹ ਕਿਸੇ ਵੀ ਮਾਇਆ ਦੇ ਮੋਹ ਦੇ ਵਿੱਚ ਲਿਪਤ ਨਹੀਂ ਹੈ। ਮਨ ਮਹਿ ਰਾਖੈ ਹਰ ਹਰ ਏਕ, ਅਤੇ ਮਨ ਦੇ ਵਿੱਚ ਇੱਕ ਹਰੀ ਨੂੰ ਜੋ ਵਸਾ ਕੇ ਰੱਖਦਾ ਹੈ। ਅੰਧਕਾਰ ਦੀਪਕ ਪ੍ਰਗਾਸੇ, ਹਜ਼ੂਰ ਕਹਿੰਦੇ ਭਾਈ ਜਿਸ ਹਿਰਦੇ ਦੇ ਵਿੱਚ ਗੁਰੂ ਦੀ ਸਿੱਖਿਆ ਦੇ ਨਾਲ ਮਾਲਕ ਆ ਕੇ ਵਸ ਜਾਂਦਾ ਹੈ, ਜਿੱਦਾਂ ਹਨੇਰੇ ਦੇ ਵਿੱਚ ਦੀਵਾ ਜਗਦਾ ਹੈ ਅਤੇ ਚਾਨਣ ਹੋ ਜਾਂਦਾ ਹੈ ਨਾ, ਨਾਨਕ ਭਰਮ ਮੋਹ ਦੁੱਖ ਤਨ ਤੇ ਨਾਸੇ। ਜਿਸ ਘਰ ਦੇ ਵਿੱਚ, ਜਿਸ ਦਿਲ ਦੇ ਵਿੱਚ ਗੁਰੂ ਦੀ ਸਿੱਖਿਆ ਆ ਜਾਂਦੀ ਹੈ, ਉੱਥੋਂ ਵਹਿਮ ਭਰਮ, ਉੱਥੋਂ ਡਰ ਅਤੇ ਉੱਥੋਂ ਹੋਰ ਜਿਹੜੀਆਂ ਪਕੜਾਂ ਨੇ ਨਾ ਮੋਹ ਦੀਆਂ, ਉਹ ਸਾਰੇ ਨਾਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਅਤੇ ਗੁਰੂ ਦਾ ਉਪਦੇਸ਼ ਕੀ ਕਰਦਾ ਹੈ? ਤਪਤ ਮਾਹੇ ਠਾਂਡ ਵਰਤਾਈ, ਸੜਦੇ ਹੋਏ ਦਿਲ ਨੂੰ ਸਤਿਗੁਰੂ ਨੇ ਇੱਦਾਂ ਦੀ ਗੱਲ ਸਿਖਾ ਦਿੱਤੀ ਹੈ ਵੀ ਇਹ ਸੜਦਾ ਹੋਇਆ ਦਿਲ, ਇਹਦੇ ਵਿੱਚ ਠੰਡ ਪੈ ਗਈ ਹੈ। ਔਰ ਇਹ ਫਿਰ ਆਪਣੇ ਆਪਣੇ ਅਨੁਭਵ ਦੀਆਂ ਗੱਲਾਂ ਨੇ। ਹਜ਼ੂਰ ਕਹਿੰਦੇ ਨੇ ਏਕ ਬੋਲ ਪੀ ਖਬ ਤੋਂ ਨਾ ਹੀ ਸਾਧ ਸੰਗ ਸੀਤ ਲਈ। ਇੱਕ ਦਿਨ ਉਹ ਸੀ ਜਦੋਂ ਕੋਈ ਇੱਕ ਗੱਲ ਕਹਿੰਦਾ ਸੀ ਅਤੇ ਮੈਂ ਬਰਦਾਸ਼ਤ ਨਹੀਂ ਸੀ ਕਰਦਾ। ਮਹਾਰਾਜ ਕਹਿੰਦੇ ਹੁਣ ਮੇਰਾ ਸੁਭਾਅ ਸ਼ਾਂਤ ਹੋ ਗਿਆ ਹੈ। ਕਿਉਂ? ਗੁਰੂ ਦੇ ਉਪਦੇਸ਼ ਦੇ ਵਿੱਚ ਸ਼ਾਂਤੀ ਹੈ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਪਿਆ ਦੁੱਖ ਨਾਠੇ ਭਾਈ। ਉਹ ਭਾਈ ਜ਼ਿੰਦਗੀ 'ਚ ਆਨੰਦ ਆ ਗਿਆ ਹੈ, ਦੁੱਖ ਦੂਰ ਹੋ ਗਏ ਨੇ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਡੇ ਜਨਮ ਮਰਨ ਦੀ ਚਿੰਤਾ ਖਤਮ ਹੋ ਗਈ ਹੈ। ਸਾਨੂੰ ਹੁਣ ਮੌਤ ਵਾਲੀ ਚਿੰਤਾ ਨਹੀਂ ਹੈ। ਕਿਉਂ? ਸਾਧੂ ਕੇ ਪੂਰਨ ਉਪਦੇਸ਼ੇ, ਗੁਰੂ ਨੇ ਸਾਨੂੰ ਉਪਦੇਸ਼ ਕੀਤਾ ਹੈ ਅਤੇ ਇਸ ਉਪਦੇਸ਼ ਦੇ ਨਾਲ ਸਾਡੀ ਚਿੰਤਾ ਖਤਮ ਹੋ ਗਈ ਹੈ। ਭਉ ਚੂਕਾ ਨਿਰਭਉ ਹੋਏ ਬਸੇ, ਸਾਡਾ ਡਰ ਦੂਰ ਹੋ ਗਿਆ ਹੈ, ਅਸੀਂ ਨਿਰਭਉ ਹੋ ਕੇ ਵਸਦੇ ਹਾਂ। ਸਗਲ ਵਿਆਧ ਮਨ ਤੇ ਖੈ ਨਸੇ, ਜਿੰਨੇ ਵੀ ਮਾਨਸਿਕ ਰੋਗ ਅਤੇ ਮਾਨਸਿਕ ਰੁਕਾਵਟਾਂ ਸੀ ਸਾਰੀਆਂ ਸਾਡੇ ਮਨ ਤੋਂ ਖੈ ਹੋ ਗਈਆਂ, ਨਾਸ਼ ਹੋ ਗਈਆਂ ਨੇ। ਐਡੀਆਂ ਚਿੰਤਾ ਦੀ ਪੰਡ ਲੈ ਕੇ ਤੁਰੇ ਫਿਰਦੇ ਹਾਂ। ਮਹਾਰਾਜ ਜੀ ਦੇ ਸਿੱਖ ਵੀ ਤੇ ਵੇਖੋ ਨਾ ਕਿੱਡੇ ਕਮਾਲ ਦੇ ਨੇ, ਕਹਿੰਦੇ ਕੋਈ ਚਿੰਤਾ ਹੈ ਹੀ ਨਹੀਂ। ਅਸੀਂ ਉਸ ਜ਼ਿੰਦਗੀ ਨੂੰ ਅਜੇ ਸੋਚ ਹੀ ਸਕਦੇ ਹਾਂ, ਅਨੁਭਵ ਦੇ ਵਿੱਚ ਆ ਜਾਵੇ ਤਾਂ ਗੱਲ ਹੀ ਕਮਾਲ ਦੀ ਹੈ। ਹਜ਼ੂਰ ਕਹਿੰਦੇ ਜਿਸ ਕਾ ਸਾ ਤਿਨ ਕਿਰਪਾ ਧਾਰੀ, ਜਿਸ ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ ਹੈ ਉਹਨੇ ਕਿਰਪਾ ਕੀਤੀ ਹੈ। ਸਾਧ ਸੰਗ ਜਪ ਨਾਮ ਮੁਰਾਰੀ, ਮੁਰਾਰੀ ਵਾਹਿਗੁਰੂ ਦੇ ਨਾਮ ਸੰਗਤ ਦੇ ਵਿੱਚ ਜਪ ਕੇ ਥਿਤ ਪਾਈ। ਚੂਕੇ ਭਰਮ ਗਵਨ ਪਾਈ, ਅਸੀਂ ਟਿਕਾ ਲੱਭ ਲਿਆ ਹੈ, ਅਸੀਂ ਸਕੂਨ ਲੱਭ ਲਿਆ ਹੈ। ਥਿਤ ਪਾਉਣ ਦਾ ਮਤਲਬ ਹੁੰਦਾ ਹੈ ਅਸੀਂ ਸ਼ਾਂਤੀ ਲੱਭ ਲਈ ਹੈ।
ਚੁੱਕੇ ਭਰਮ ਗਵਨ, ਸਾਡੇ ਆਉਣ ਜਾਣ ਦੇ ਗਵਨ ਦਾ ਜਿਹੜਾ ਪੈਂਡਾ ਹੈ ਸਾਡਾ ਆਉਣ ਜਾਣ ਦਾ ਉਹ ਖਤਮ ਹੋ ਗਿਆ ਹੈ। ਸੁਣ ਨਾਨਕ ਹਰ ਹਰ ਜਸ ਸ਼ਰਵਨ, ਵਾਹਿਗੁਰੂ ਦਾ ਜਸ ਕੰਨੀ ਸੁਣ ਕੇ ਸਾਡੀ ਹਰ ਪ੍ਰਕਾਰ ਦੀ ਚਿੰਤਾ ਤੇ ਮਾਨਸਿਕ ਕਲੇਸ਼ ਦੂਰ ਹੋ ਗਏ ਨੇ। ਆਖਰੀ ਪਦਾ ਹੈ ਨਿਰਗੁਣ ਆਪ ਸਰਗੁਣ ਵੀ ਉਹੀ। ਨਿਰਗੁਣ ਵੀ ਵਾਹਿਗੁਰੂ ਆਪ ਹੈ ਜਿਹਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ। ਸਰਗੁਣ ਵੀ ਉਹੀ, ਸਰਗੁਣ ਰੂਪ ਦੇ ਵਿੱਚ ਸਾਡੇ ਵਿੱਚ ਵਿਆਪਕ ਹੈ। ਸਰਗੁਣ ਰੂਪ ਦੇ ਵਿੱਚ ਵੀ ਉਹੀ ਹੈ। ਕਲਾ ਧਾਰ ਦਿਨ ਸਗਲੀ ਮੋਹੀ, ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਮੋਹਿਆ ਹੋਇਆ ਹੈ, ਭਾਵ ਕਿ ਟਿਕਾ ਕੇ ਤੇ ਆਪਣੀ ਮਰਿਆਦਾ ਦੇ ਵਿੱਚ ਬੰਨਿਆ ਹੋਇਆ ਹੈ। ਆਪਣੇ ਚਰਿਤ ਪ੍ਰਭ ਆਪ ਬਣਾਏ, ਵਾਹਿਗੁਰੂ ਆਪਣੀਆਂ ਖੇਡਾਂ ਨੂੰ ਆਪ ਵਰਤਾਉਂਦਾ ਹੈ। ਆਪਣੀ ਕੀਮਤ ਆਪੇ ਪਾਏ, ਰੱਬ ਆਪਣੀ ਕੀਮਤ ਨੂੰ ਆਪ ਜਾਣਦਾ ਹੈ। ਹਰ ਬਿਨ ਦੂਜਾ ਨਾਹੀਂ ਕੋਏ, ਵਾਹਿਗੁਰੂ ਤੋਂ ਬਿਨਾਂ ਦੂਜਾ ਇੰਨੀ ਤਾਕਤ ਵਾਲਾ ਕੋਈ ਨਹੀਂ ਹੈ। ਸਰਬ ਨਿਰੰਤਰ ਇੱਕੋ ਸੋਏ, ਸਾਰਿਆਂ ਦੇ ਵਿੱਚ ਉਹ ਮਾਲਕ ਨਿਰੰਤਰ ਹੈ, ਲਗਾਤਾਰ ਹੈ। ਓਤ ਪੋਤ ਰਵਿਆ ਰੂਪ ਰੰਗ, ਸਤਿਗੁਰੂ ਕਹਿੰਦੇ ਨੇ ਸਾਰੇ ਰੂਪਾਂ ਤੇ ਸਾਰੇ ਰੰਗਾਂ ਦੇ ਵਿੱਚ ਮਾਲਕ ਓਤ ਪ੍ਰੋਤ ਹੈ, ਚੰਗੀ ਤਰ੍ਹਾਂ ਉਹਨਾਂ ਦੇ ਵਿੱਚ ਲੁਕਿਆ ਹੋਇਆ ਹੈ, ਵੜਿਆ ਹੋਇਆ ਹੈ। ਭਏ ਪ੍ਰਗਾਸ ਸਾਧ ਕੈ ਸੰਗ, ਪਰ ਇਹ ਚਾਨਣ ਇਹ ਸਮਝ ਸਿਰਫ ਸਾਧੂ ਦੀ ਸੰਗਤ ਦੇ ਵਿੱਚ ਬੈਠਿਆਂ, ਗੁਰੂ ਦੀ ਸੰਗਤ ਦੇ ਵਿੱਚ ਬੈਠਿਆਂ ਆਉਂਦੀ ਹੈ। ਰਚ ਰਚਨਾ ਆਪਣੀ ਕਲ ਧਾਰੀ, ਕਿ ਇਹ ਜਿਹੜੀ ਸ੍ਰਿਸ਼ਟੀ ਦੀ ਰਚਨਾ ਹੈ ਮਾਲਕ ਨੇ ਰਚ ਕੇ ਤੇ ਆਪਣੀ ਸ੍ਰਿਸ਼ਟੀ ਨੂੰ ਟਿਕਾਇਆ ਵੀ ਆਪਣੀ ਤਾਕਤ ਦੇ ਨਾਲ ਹੈ। ਅਨੇਕ ਵਾਰ ਨਾਨਕ ਬਲਿਹਾਰੀ, ਸਤਿਗੁਰੂ ਕਹਿੰਦੇ ਐਸੇ ਸਤਿਗੁਰੂ ਤੋਂ ਅਸੀਂ ਅਨੇਕਾਂ ਵਾਰੀ ਬਲਿਹਾਰ ਜਾਂਦੇ ਹਾਂ। ਇਹ ਜੋ ਹੈ ਇਹ 18ਵੀਂ ਅਸ਼ਟਪਦੀ ਦੀ ਵਿਚਾਰ ਗੁਰੂ ਬਖਸ਼ਿਸ਼ ਦੇ ਸਦਕਾ ਸਮਝੀ ਹੈ।